ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਸਤਿੰਦਰ ਵਿਰਕ ਤੇ ਆਪਾਂ ਗੱਲ ਕਰ ਰਹੇ ਹਾਂ ਜੀ ਕੇਅਰ ਏਸ਼ੀਆ ਟੀਵੀ ਵੱਲੋਂ। ਤੇ ਅੱਜ ਅਸੀਂ ਮੋਗੇ ਆਏ ਸੀ ਤੇ ਅੱਜ ਇੱਕ ਨੈਸ਼ਨਲ ਸੈਮੀਨਾਰ ਜਿਹੜਾ ਅਸੀਂ ਉਹ ਕਵਰ ਕੀਤਾ ਹੈ ਤੇ ਆਪ ਸਭ ਨਾਲ ਅਸੀਂ ਬਹੁਤ ਮਾਣ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਸ਼ੇਅਰ ਕਰਾਂਗੇ ਕਿ ਜਿਹੜਾ ਹੈਲਥ ਦੇ ਨਾਲ ਸੰਬੰਧਿਤ ਇਹ ਸੈਮੀਨਾਰ ਸੀ ਜੀ, ਨੈਸ਼ਨਲ ਸੈਮੀਨਾਰ ਇਹਨੂੰ ਕਹਿੰਦੇ ਆ ਜੀ। ਤੇ ਇਹ ਅਸੀਂ ਜਿਹੜਾ ਅਟੈਂਡ ਕੀਤਾ ਹੈ, ਇਹ ਵੈਲਬੀਇੰਗ ਹੈਲਥ ਆਰਗੇਨਾਈਜੇਸ਼ਨ ਵੱਲੋਂ ਜਿਹੜਾ ਇਹ ਕਰਵਾਇਆ ਜਾਂਦਾ ਹੈ ਜੀ। ਮਹੀਨੇ ਦੇ ਵਿੱਚ ਲਾਸਟ ਜਿਹੜਾ ਸੈਟਰਡੇ ਹੁੰਦਾ ਉਸ ਦਿਨ ਇਹ ਰੱਖਿਆ ਜਾਂਦਾ ਸੈਮੀਨਾਰ, ਜਿਹਦੇ ਵਿੱਚ ਬਹੁਤ ਸਾਰੇ ਹੈਲਥ ਕਾਉਂਸਲਰ ਐਂਡ ਜਿਹੜੇ ਵੈਲਬੀਇੰਗ ਜਿਹੜੀ ਆਰਗੇਨਾਈਜੇਸ਼ਨ ਹੈ, ਹੈਲਥ ਆਰਗੇਨਾਈਜੇਸ਼ਨ, ਉਹਨਾਂ ਦੇ ਨਾਲ ਕੰਮ ਕਰ ਰਹੇ ਜਿੰਨੇ ਵੀ ਕਲੀਗ ਨੇ, ਵੱਖ-ਵੱਖ ਬ੍ਰਾਂਚਸ ਦੇ ਜਿੰਨੇ ਵੀ ਇੰਪਲਾਈ ਆ, ਉਹ ਸਾਰੇ ਇੱਥੇ ਆਉਂਦੇ ਆ। ਇਸ ਤੋਂ ਇਲਾਵਾ ਕੋਈ ਵੀ ਪਰਸਨ ਜਿਹੜਾ ਹੈਲਥ ਨੂੰ ਲੈ ਕੇ ਜਾਂ ਆਪਣੇ ਆਲੇ ਦੁਆਲੇ ਦੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਦੇਖਦੇ ਹਾਂ ਹੈਲਥ ਨੂੰ ਲੈ ਕੇ, ਬਿਮਾਰੀਆਂ ਜਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਇੱਥੇ ਆ ਸਕਦਾ ਹੈ ਤੇ ਇੱਦਾਂ ਦੇ ਸੈਮੀਨਾਰ ਅਟੈਂਡ ਕਰ ਸਕਦਾ। ਸੋ ਜਿਹੜਾ ਇਹ ਸਾਰਾ ਸੈਮੀਨਾਰ ਦਾ ਜਿਹੜਾ ਸਾਰਾ ਜ਼ਿੰਮਾ ਹੈ ਜੀ, ਉਹ ਵਨ ਐਂਡ ਓਨਲੀ ਜਨਾਬ ਸਾਡੇ ਵੀ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਡਾਕਟਰ ਵਰਿੰਦਰ ਸਿੰਘ ਭੁੱਲਰ ਨੂੰ ਜਾਂਦਾ ਹੈ। ਸੋ ਅੱਜ ਅਸੀਂ ਉਹਨਾਂ ਦੇ ਨਾਲ ਹੀ ਬੈਠੇ ਹਾਂ ਤੇ ਅਸੀਂ ਉਹਨਾਂ ਤੋਂ ਜਾਣਾਂਗੇ ਕਿ ਜਿਹੜੇ ਇਹ ਇੱਦਾਂ ਦੇ ਸੈਮੀਨਾਰ ਹੈਲਥ ਨੂੰ ਲੈ ਕੇ ਜਿਹੜੇ ਕਰਵਾਏ ਜਾਂਦੇ ਆ, ਉਹਨਾਂ ਦਾ ਸਮਾਜ ਨੂੰ ਕੀ ਦੇਣ ਆ ਤੇ ਉਹਨਾਂ ਦੇ ਰਾਹੀਂ ਸਮਾਜਿਕ ਬਦਲਾਅ ਜਿਹੜਾ ਉਹ ਕਿੱਦਾਂ ਆ ਸਕਦਾ ਹੈ। ਸੋ ਆਪਾਂ ਜਿਹੜੇ ਹੈਲਥ ਦੇ ਸੈਮੀਨਾਰ ਆ, ਜਿਵੇਂ ਦੇ ਸਾਡੇ ਐਕਸਪੀਰੀਅੰਸ ਰਹੇ, ਅਸੀਂ ਬਹੁਤ ਸਾਰੇ ਜਿਹੜੇ ਵਲੰਟੀਅਰ ਨੇ ਜਾਂ ਜਿਹੜੇ ਵੀ ਇੱਥੇ ਫਸਟ ਟਾਈਮ ਜਿਨ੍ਹਾਂ ਨੇ ਅਟੈਂਡ ਕੀਤਾ ਜਾਂ ਜਿਹੜੇ 4 ਜਾਂ 5 ਸਾਲ ਪਹਿਲਾਂ ਤੋਂ ਅਟੈਂਡ ਕਰਦੇ ਆ ਰਹੇ, ਉਹਨਾਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਜਿਹੜੇ ਉਹਨਾਂ ਨੇ ਦੇਖਿਆ ਆਪਣੀ ਫਾਈਨੈਂਸ਼ੀਅਲੀ ਸਟੇਟਸ ਨੂੰ ਲੈ ਕੇ ਜਾਂ ਆਪਣੀ ਹੈਲਥ ਨੂੰ ਲੈ ਕੇ, ਤਾਂ ਉਹਨਾਂ ਤੋਂ ਅਸੀਂ ਕਾफ़ੀ ਚੀਜ਼ਾਂ ਜਿਹੜੀਆਂ ਗ੍ਰਹਿਣ ਕੀਤੀਆਂ। ਸੋ ਉਹਨਾਂ ਦੇ ਵਿੱਚੋਂ ਹੀ ਬਹੁਤ ਸਾਰੇ ਜਿਹੜੇ ਪ੍ਰਸ਼ਨ ਆ ਉਹ ਸਾਡੇ ਕੋਲ ਇਕੱਠੇ ਹੋਏ ਆ ਤੇ ਅਸੀਂ ਜ਼ਰੂਰ ਉਹ ਡਾਕਟਰ ਭੁੱਲਰ ਸਾਹਿਬ ਜਿਹੜੇ ਮੇਨ ਸੰਸਥਾਪਕ ਨੇ ਵੈਲਬੀਇੰਗ ਹੈਲਥ ਆਰਗੇਨਾਈਜੇਸ਼ਨ ਦੇ, ਉਹਨਾਂ ਤੋਂ ਅਸੀਂ ਤਰ੍ਹਾਂ ਦੇ ਜਿਹੜੇ ਸਵਾਲ ਆ ਉਹ ਆਪਾਂ ਕਰਾਂਗੇ। ਸੋ ਤੁਸੀਂ ਸਾਡੇ ਨਾਲ ਜੁੜੇ ਰਹੋ। ਸੋ ਡਾਕਟਰ ਸਾਹਿਬ, ਤੁਹਾਡਾ ਕੇਅਰ ਏਸ਼ੀਆ ਦੀ ਸਾਡੀ ਸਮੂਹ ਟੀਮ ਵੱਲੋਂ ਬਹੁਤ ਬਹੁਤ ਸਵਾਗਤ ਆ। ਸੋ ਆਪਾਂ ਅੱਜ ਗੱਲ ਕਰਾਂਗੇ ਜੀ, ਜਿਹੜਾ ਤੁਸੀਂ ਆਪਣੇ ਦੇਖ ਰੇਖ ਦੇ ਵਿੱਚ ਜਿਹੜਾ ਬਹੁਤ ਵੱਡਾ ਹੈਲਥ ਨੈਚੁਰਲ ਹੈਲਥ ਸਾਇੰਸ ਦਾ ਜਿਹੜਾ ਸੈਮੀਨਾਰ ਕਰਵਾਇਆ, ਉਹਨਾਂ ਦੇ ਰਿਗਾਰਡਿੰਗ ਸਾਡੇ ਜਿਹੜੇ ਕੁਐਸਚਨ ਤੁਹਾਡੇ ਨਾਲ ਹੋਣਗੇ। ਸੇ ਬਹੁਤ ਸਾਰੇ ਸਰੋਤੇ ਜਿਹੜੇ ਸਾਡੀ ਟੀਮ ਦੇ ਨਾਲ ਜੁੜੇ ਹੋਏ ਆ, ਸਾਡੇ ਚੈਨਲ ਦੇ ਨਾਲ ਜੁੜੇ ਹੋਏ ਆ। ਸੋ ਆਪ ਜੀ ਤੋਂ ਇਹ ਉਮੀਦ ਦੇ ਵਿੱਚ ਬੈਠੇ ਹੋਏ ਆ ਕਿ ਆਪ ਜੀ ਉਹਨਾਂ ਨੂੰ ਸਟੀਕ ਜਿਹੜੀ ਜਾਣਕਾਰੀ ਹੈ ਹੈਲਥ ਨੂੰ ਲੈ ਕੇ ਜਾਂ ਇੱਦਾਂ ਦੇ ਜਿਹੜੇ ਸੈਮੀਨਾਰ ਤੁਸੀਂ ਆਯੋਜਿਤ ਕਰਦੇ ਹੋ, ਉਹਨਾਂ ਦਾ ਅਸਲ ਦੇ ਵਿੱਚ ਮਕਸਦ ਕੀ ਆ, ਸਮਾਜ ਨੂੰ ਕੀ ਦੇਣ ਹੋਊਗੀ ਤੇ ਕਿਵੇਂ ਇਹ ਸੈਮੀਨਾਰ ਅਟੈਂਡ ਕਰਕੇ ਜਿਹੜੇ ਬਹੁਤ ਸਾਰੇ ਰੋਗੀ ਆ ਜਾਂ ਜਿਹੜੇ ਕੰਮ ਕਰਨਾ ਚਾਹੁੰਦੇ ਆ ਆਪਣੇ ਫੈਮਿਲੀ ਦੇ ਫਾਈਨੈਂਸ਼ੀਅਲੀ ਸਟੇਟਸ ਨੂੰ ਲੈ ਕੇ, ਉਹ ਕਿਵੇਂ ਕਰ ਸਕਦੇ? ਸਭ ਤੋਂ ਪਹਿਲਾਂ ਕੇਅਰ ਏਸ਼ੀਆ ਟੀਵੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਮੈਂ ਸਭ ਤੋਂ ਪਹਿਲਾਂ ਵਧਾਈ ਦੇਣਾ ਚਾਹੂੰਗਾ ਕੇਅਰ ਏਸ਼ੀਆ ਟੀਵੀ ਨੂੰ। ਵਧਾਈ ਦਾ ਕਾਰਨ ਵੀ ਮੈਂ ਦੱਸ ਦਿੰਦਾ ਕਿ ਹੁਣ ਤੱਕ ਜਿੰਨਾ ਵੀ ਅਸੀਂ ਮੀਡੀਆ ਕਵਰ ਕਰਦੇ ਦੇਖਿਆ, ਉਹ ਜਾਂ ਤਾਂ ਸੋਸ਼ਲੀ ਜੋ ਸਮਾਜਿਕ ਖਬਰਾਂ ਉਹਨਾਂ ਨੂੰ ਕਵਰ ਕੀਤੀਆਂ ਜਾਂਦੀਆਂ ਤੇ ਜਾਂ ਇਸ ਤਰ੍ਹਾਂ ਕੁਝ ਖਾੜੇ ਕਵਰ ਕੀਤੇ ਜਾਂਦੇ ਦੇਖੇ ਗਏ ਆ। ਠੀਕ ਹੈ, ਲੇਕਿਨ ਇਹ ਫਸਟ ਟਾਈਮ ਹੋਏਗਾ ਕਿ ਮੀਡੀਆ ਪੰਜਾਬ ਦੇ ਵਿੱਚ ਨੈਚੁਰਲ ਹੈਲਥ ਸਾਇੰਸ ਦੇ ਸੈਮੀਨਾਰ ਵੀ ਕਵਰ ਕਰ ਰਿਹਾ। ਇਹ ਪੰਜਾਬ ਲਈ ਔਰ ਆਉਣ ਵਾਲੀ ਪੀੜ੍ਹੀ ਲਈ ਬਹੁਤ ਵਧੀਆ ਕਦਮ ਹੈ ਸਾਡੇ ਮੀਡੀਆ ਦਾ, ਔਰ ਇੱਕ ਅੱਛਾ ਪੱਖ ਤੁਸੀਂ ਇੰਟਰੋਡਿਊਸ ਕਰਵਾ ਰਹੇ ਹੋ। ਇਹਦੇ ਲਈ ਮੈਂ ਸਾਰੇ ਤੁਹਾਡੀ ਕੇਅਰ ਏਸ਼ੀਆ ਟੀਵੀ ਔਰ ਤਮਾਮ ਸਾਡੇ ਉਹ ਸਾਰੇ ਮੀਡੀਆ ਹਾਊਸਿਸ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਕਵਰ ਕਰਦੇ ਨੇ, ਉਹਨਾਂ ਨੂੰ ਮੁਬਾਰਕਬਾਦ ਦਿੰਦਾ ਤਾਂ ਉਹਨਾਂ ਦੇ ਇਸ ਕਦਮਾਂ ਲਈ, ਇਸ ਕੰਮ ਲਈ। ਮੇਨ ਚੀਜ਼ ਕੀ ਹੈਗੀ ਹੈ ਸਤਿੰਦਰ ਜੀ, ਕਿ ਜਿਵੇਂ ਕਿ ਤੁਸੀਂ ਕਾਫੀ ਸਾਡੇ ਸਟੂਡੈਂਟ ਨੂੰ ਵੀ ਕਵਰ ਕੀਤਾ ਅੱਜ। ਹਾਂਜੀ, ਬਹੁਤ ਸਾਰੇ ਸਟੂਡੈਂਟਸ ਤਾਂ ਉਹਨਾਂ ਦੇ ਤੁਸੀਂ ਰਿਵਿਊ ਲਏ ਨੇ, ਕੌਣ ਕਿੰਨੇ ਸਮੇਂ ਤੋਂ ਜੁੜਿਆ ਹੋਇਆ, ਔਰ ਤਕਰੀਬਨ ਜਿੰਨਾ ਕਰਾਊਡ ਸੀ ਦੂਰੋਂ ਲੋਕ ਆਏ ਹੋਏ ਸੀ। ਇਹ ਨੈਚੁਰਲ ਹੈਲਥ, ਇਹ ਪਹਿਲੀ ਚੀਜ਼ ਮੈਂ ਗੱਲ ਕਲੀਅਰ ਕਰਦਾ, ਜਿਵੇਂ ਤੁਸੀਂ ਦੱਸ ਰਹੇ ਸੀ ਕਿ ਕੋਈ ਬ੍ਰਾਂਚ ਚਲਾ ਰਿਹਾ, ਇਹ ਸਾਰਾ ਸਟਾਫ ਨਹੀਂ ਸੀ। ਇਹ 'ਚ 80% ਸਾਡੇ ਪੇਸ਼ੈਂਟ ਨੇ ਜਿਹੜੇ ਤੁਸੀਂ ਕਵਰ ਕੀਤੇ ਆ, ਹਾਲ ਦੇ ਵਿੱਚ ਦਿਖਾਏ ਨੇ। ਜੀ, ਉਹ ਸਾਰੇ ਉਹ ਪੇਸ਼ੈਂਟ ਨੇ ਜਿਹੜੇ ਸਾਡੀ OPD ਨਾਲ ਜੁੜੇ ਹੋਏ ਨੇ, ਆਪਦਾ ਇਲਾਜ ਕਰਵਾ ਰਹੇ ਨੇ, ਪਲੱਸ ਉਹ ਪੜ੍ਹ ਰਹੇ ਨੇ। ਔਰ ਇਹ ਸਾਡੇ ਪੰਜਾਬ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਆਪਣੇ ਰੋਗ ਨੂੰ ਠੀਕ ਕਰਨ ਲਈ ਲੋਕ ਆਪ ਮੁਹਾਰੇ ਆਪਣੇ ਕਦਮ ਅੱਗੇ ਲੈ ਕੇ ਆ ਰਹੇ ਨੇ, ਜਿਹਦੇ ਨਾਲ ਅਸੀਂ ਆਪਦੇ ਸਰੀਰ ਤਾਂ ਰੋਗਾਂ ਤੋਂ ਮੁਕਤ ਕਰਾਂਗੇ, ਅਸੀਂ ਆਪਦਾ ਪੰਜਾਬ ਵੀ ਬਚਾ ਲਾਂਗੇ ਔਰ ਆਪਦੇ ਪੰਜਾਬ ਦੀ ਜਿਹੜੀ ਮਿਹਨਤ ਕਮਾਈ ਆ ਉਹਨੂੰ ਵੀ ਅਸੀਂ ਸੇਵ ਕਰ ਸਕਦੇ ਹੈਗੇ ਆ। ਔਰ ਬਿਨਾਂ ਐਜੂਕੇਸ਼ਨ ਤੋਂ ਅੱਜ ਦੀ ਸਦੀ ਦੇ ਵਿੱਚ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜ਼ਿੰਦਗੀ ਜਿਉਣ ਲਈ ਤਿਆਰ ਹੋ ਤਾਂ ਇਹ ਤੁਹਾਡਾ ਵਹਿਮ ਹੈ। ਬਿਨਾਂ ਐਜੂਕੇਸ਼ਨ ਤੋਂ ਤੁਹਾਨੂੰ
ਇਸ ਧਰਤੀ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ, ਕਿਉਂਕਿ ਗਿਆਨ ਔਰ ਵਿਗਿਆਨ ਦਾ ਯੁੱਗ ਹੈ। ਵਿਗਿਆਨਿਕ ਯੁੱਗ ਦੇ ਵਿੱਚ ਬਹੁਤ ਕੁਝ ਹੋ ਰਿਹਾ, ਉਹ ਜਿਹੜਾ ਬਹੁਤ ਕੁਝ ਹੋ ਰਿਹਾ ਉਹਨੂੰ ਸਮਝਣ ਲਈ ਤੁਹਾਡੇ ਕੋਲ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਬਿਨਾਂ ਗਿਆਨ ਦੇ ਅਸੀਂ ਹਨੇਰੇ ਵਾਲੇ ਜੀਵਨ ਨੂੰ ਡਿਜ਼ਾਈਨ ਨਹੀਂ ਕਰ ਸਕਦੇ ਲੰਬਾ ਟਾਈਮ ਅੱਜ ਦੇ ਸਮੇਂ 'ਚ ਇਸ ਧਰਤੀ ਉੱਤੇ। ਤਾਂ ਉਸ ਹਨੇਰੇ ਦੇ ਵਿੱਚ ਕਿਵੇਂ ਇੱਕ ਤੁਹਾਡੇ ਕੋਲ ਛੋਟਾ ਜਿਹਾ ਇੱਕ ਦੀਵੇ ਦੇ ਰੂਪ ਦੇ ਵਿੱਚ ਚਾਨਣ ਹੋਵੇ, ਜਿਹੜਾ ਕਿ ਗਿਆਨ ਰੂਪੀ ਚਾਨਣ, ਉਹਨੂੰ ਹਾਸਲ ਕਰਨ ਲਈ ਬਹੁਤ ਸਾਰੇ ਪਰਿਵਾਰ ਅੱਜ ਇਸ ਸੈਮੀਨਾਰ ਦਾ ਹਿੱਸਾ ਬਣੇ, ਜਿਹੜਾ ਕਿ ਹਰ ਮਹੀਨੇ ਅਖੀਰਲੇ ਸ਼ਨੀਵਾਰ ਹੁੰਦਾ ਔਰ ਇਹ ਤਾਦਾਦ ਵੱਧਦੀ ਜਾ ਰਹੀ ਹੈ, ਕਰੋੜ ਵੱਧਦਾ ਜਾ ਰਿਹਾ ਔਰ ਲੋਕ ਇਹਦਾ ਫਾਇਦਾ ਬਹੁਤ ਵੱਡੇ ਪੱਧਰ 'ਤੇ ਲੈ ਰਹੇ ਨੇ। ਇਹ ਸਰ ਮੈਨੂੰ ਇਹ ਦੱਸੋ ਕਿ ਜਿਹੜਾ ਇਹ ਸੈਮੀਨਾਰ ਆ ਇਹ ਕਦੋਂ ਤੋਂ ਸ਼ੁਰੂ ਹੋਇਆ ਜੀ, ਤੇ ਇਹਦੇ ਕੀ ਇੰਸਟਰਕਸ਼ਨ ਨੇ ਜਿਨ੍ਹਾਂ ਨੂੰ ਫੋਲੋ ਕਰਕੇ ਕੋਈ ਪਰਸਨ ਜਿਹੜਾ ਸੈਮੀਨਾਰ ਅਟੈਂਡ ਕਰ ਸਕਦਾ ਜੀ? ਦੇਖੋ, ਇਹ ਕਿਉਂਕਿ ਅਸੀਂ 2015 ਤੋਂ ਇਸ ਤਰ੍ਹਾਂ ਦੀ ਐਕਟੀਵਿਟੀਜ਼ ਕਰ ਰਹੇ ਹੈਗੇ ਆ, ਲੇਕਿਨ ਜਦੋਂ ਤੁਸੀਂ ਮੀਡੀਆ ਦੇ ਵਿੱਚ ਆਏ ਹੈਗੇ ਆ ਤਾਂ ਇਹ ਥੋੜ੍ਹਾ ਜਿਹਾ ਹੋਰ ਵਿਸ਼ਾਲ ਰੂਪ 'ਚ ਕੰਮ ਇਹ ਚੀਜ਼ ਨੂੰ ਐਕਸਪੈਂਡ ਕਰਨ 'ਚ ਅਸੀਂ ਕਾਮਯਾਬ ਹੋਏ ਆ ਔਰ ਲੋਕਾਂ ਦਾ ਸਾਥ ਮਿਲਿਆ। ਬਟ ਦੇਖੋ ਵੱਡੀ ਚੀਜ਼ ਕੀ ਹੁੰਦੀ ਹੈ, ਮੈਂ ਇੱਕ ਚੀਜ਼ ਦਰਸ਼ਕਾਂ ਨੂੰ ਵੀ ਕਲੀਅਰ ਕਰ ਦਿਆਂ ਕਿ ਇੱਕ ਬੜਾ ਸਾਫ਼ ਸੁਥਰਾ ਮਿਸ਼ਨ ਹੈ ਜਿਹਨੂੰ ਅਸੀਂ ਸਰਬੱਤ ਦੇ ਭਲੇ ਲਈ ਸਭ ਦੇ ਨਾਲ ਕਰ ਰਹੇ ਹਾਂ। ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ, ਨਾ ਹੀ ਸਾਡੀ ਇੰਨੀ ਹੈਸੀਅਤ ਹੈ ਔਰ ਨਾ ਹੀ ਇਕੱਲਾ ਇਨਸਾਨ ਇੰਨਾ ਸਮਝਦਾਰ ਹੁੰਦਾ ਹੈ। ਇਹ ਅਸੀਂ ਸਾਰੇ ਰਲ ਕੇ ਸਾਡੇ ਨਾਲ ਅਲੱਗ-ਅਲੱਗ ਤਰ੍ਹਾਂ ਦੇ ਲੋਕ ਜਿਹੜੇ ਐਜ਼ ਏ ਪੇਸ਼ੈਂਟ ਸਾਡੇ ਨਾਲ ਜੁੜੇ, ਉਹਨਾਂ 'ਚ ਹੋਰ ਐਕਸਟਰਾ ਬਹੁਤ ਕੁਆਲਿਟੀ ਸੀ। ਉਹ ਕੁਆਲਿਟੀ ਨੂੰ ਅਸੀਂ ਸਰਬੱਤ ਦੇ ਭਲੇ ਦੇ ਇਸ ਮਿਸ਼ਨ ਦੇ ਵਿੱਚ ਜਿੱਥੇ ਉਹ ਆਪਣਾ ਯੋਗਦਾਨ ਦੇ ਸਕਦੇ ਸੀ ਉਹਨਾਂ ਨੇ ਵੀ ਦਿੱਤਾ। ਜਿਵੇਂ ਕਿ ਬਹੁਤ ਸਾਰੇ ਕਾਲਜ ਦੇ ਲੈਕਚਰਰ ਨੇ ਜਿਹੜੇ ਐਜ਼ ਏ ਪੇਸ਼ੈਂਟ ਆਏ, ਉਹਨਾਂ ਨੂੰ ਇਹ ਸਾਇੰਸ ਕਲਾਸ ਅੱਛੀਆਂ ਲੱਗੀਆਂ ਔਰ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਸੀ ਜਿਹੜੇ ਆਲਰੇਡੀ ਆਪਣੇ ਕਾਲਜ 'ਚ ਅਨਾਟਮੀ ਫਿਜ਼ੀਓਲੋਜੀ ਪੜ੍ਹਾਉਂਦੇ ਸੀ, ਤਾਂ ਉਹਨਾਂ ਨੇ ਸਾਡੇ ਇਸ ਮਿਸ਼ਨ ਦੇ ਵਿੱਚ ਐਜ਼ ਏ ਲੈਕਚਰਰ ਸੇਵਾ ਨਿਭਾਈ। ਉਹ ਕਹਿੰਦੇ ਜੀ ਡਾਕਟਰ ਸਾਹਿਬ ਅਸੀਂ ਆਲਰੇਡੀ ਪੜ੍ਹਾ ਰਹੇ ਹਾਂ ਅਤੇ ਤੁਹਾਡੇ ਇਹਨਾਂ ਸੈਮੀਨਾਰਸ ਦੇ ਵਿੱਚ ਅਸੀਂ ਸੇਵਾ ਅਗਰ ਸਾਨੂੰ ਮਿਲ ਜਾਵੇ ਤਾਂ ਅੱਛਾ ਲੱਗੇਗਾ। ਤਾਂ ਉਹਨਾਂ ਨੂੰ ਵੀ ਅਸੀਂ ਲੈਕਚਰ ਦਿੱਤੇ, ਤਾਂ ਉਹ ਵੀ ਇੱਕ ਅੱਛੀ ਤਿਆਰੀ, ਕਿਉਂਕਿ ਉਹਨਾਂ ਦਾ ਬੇਸ ਹੀ ਪਹਿਲਾਂ ਹੀ ਐਨਾਟਮੀ ਐਂਡ ਫਿਜ਼ੀਓਲੋਜੀ ਨੂੰ ਪੜ੍ਹਾਉਂਦਾ, ਸਰੀਰ ਬਣਿਆ ਕਿਵੇਂ, ਕੰਮ ਕਿਵੇਂ ਕਰਦਾ, ਆਲਰੇਡੀ ਪੜ੍ਹਾਉਂਦੇ ਨੇ ਉਹ। ਤਾਂ ਅਸੀਂ ਉਹਨਾਂ ਨੂੰ ਇੱਕੋ ਸ਼ਰਤ ਰੱਖੀ ਕਿ ਸੰਸਥਾ ਦਾ ਮਿਸ਼ਨ ਹੈਗਾ ਕਿ ਅਸੀਂ ਨੈਚੁਰਲ ਹੈਲਥ ਸਾਇੰਸ ਦੀ ਜਿਹੜੀ ਨੌਲੇਜ ਆ ਉਹਨੂੰ ਅਸੀਂ ਸਿੰਪਲ ਭਾਸ਼ਾ 'ਚ ਇੱਕ ਆਮ ਨੇਟਿਵ ਲੈਂਗੁਏਜ ਦੇ ਵਿੱਚ ਅਸੀਂ ਡਿਲੀਵਰ ਕਰਨਾ। ਤੁਸੀਂ ਸਿਰਫ ਬੇਸਿਕ ਕੰਡੀਸ਼ਨ ਨੂੰ ਮੁੱਖ ਰੱਖ ਕੇ ਜੇ ਸੇਵਾ 'ਚ ਆ ਸਕਦੇ ਹੋ ਤਾਂ ਵੈਲਕਮ ਆ। ਤਾਂ ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ, ਉਸ ਟੈਕਨੀਕਲ ਲੈਂਗੁਏਜ ਨੂੰ ਸਿੰਪਲ ਭਾਸ਼ਾ 'ਚ ਕਨਵਰਟ ਕੀਤਾ ਜਿਹੜੀ ਕਿ ਆਮ ਬੰਦੇ ਨੂੰ ਸਮਝ ਆਉਣ ਵਾਲੀ ਹੈ। ਤਾਂ ਉਹ ਸੇਵਾ ਨਿਭਾਈ। ਤਾਂ ਇਸੇ ਤਰ੍ਹਾਂ ਹਰ ਬੰਦੇ ਕੋਲ ਅਲੱਗ-ਅਲੱਗ ਕੁਆਲਿਟੀ ਨੇ, ਜਿੱਥੇ ਵੀ ਬੈਠਾ ਕੋਈ ਇਸ ਮਿਸ਼ਨ 'ਚ ਸਾਥ ਦੇ ਸਕਦਾ। ਅਸੀਂ ਰਲ ਕੇ ਇਸ ਦੇਸ਼ ਦੀ, ਇਸ ਪੰਜਾਬ ਦੀ ਹਰ ਸਮੱਸਿਆ ਦਾ ਹੱਲ ਕੱਢ ਸਕਦੇ ਹਾਂ। ਪਰ ਕਈ ਇਕੱਲੇ ਅਸੀਂ ਕਰ ਪਾਵਾਂਗੇ ਇਸ ਤਰ੍ਹਾਂ ਦਾ ਕੁਝ ਨਹੀਂ, ਇਕੱਲਾ ਇਨਸਾਨ ਕੁਝ ਨਹੀਂ ਕਰ ਸਕਦਾ। ਸੋ ਇਸ ਮਿਸ਼ਨ ਨੂੰ ਜਿਵੇਂ ਲੋਕ ਸਮਝ ਰਹੇ ਨੇ, ਸਾਥ ਮਿਲ ਰਿਹਾ ਹੈਗਾ। ਸਰ ਮੈਂ ਇੱਕ ਚੀਜ਼ ਜਿਹੜੀ ਨੋਟ ਕੀਤੀ ਆ ਤੇ ਮੈਨੂੰ ਹੈਰਾਨੀ ਵੀ ਹੋਈ ਆ ਤੇ ਇੱਕ ਵਧੀਆ ਇੱਕ ਚੀਜ਼ ਬਹੁਤ ਪੋਜ਼ਿਟਿਵ ਇੱਕ ਵਾਈਬ ਵੀ ਮੈਨੂੰ ਮਿਲੀ ਆ ਕਿ ਇਸ ਸਾਇੰਸ ਕਲਾਸ ਨੂੰ ਅਟੈਂਡ ਕਰਨ ਦੇ ਲਈ ਕੋਈ ਏਜ ਬਾਰ ਨਹੀਂ ਸੀ। ਮੈਂ ਦੇਖਿਆ ਕਿ ਉਹਦੇ ਵਿੱਚ ਬਹੁਤ ਸਾਰੇ ਬਜ਼ੁਰਗ ਲੇਡੀਜ਼ ਵੀ ਬੈਠੇ ਸੀ ਤੇ ਕਈ ਏਜਡ ਪਰਸਨ ਵੀ ਬੈਠੇ ਸੀ ਮੇਲ ਦੇ ਵਿੱਚ, ਤੇ ਅਜੇ ਯੰਗ ਏਜ ਦੇ ਵਿੱਚ 18-19 ਸਾਲ ਦੇ ਕਈ ਨਵੇਂ ਮੁੰਡੇ ਜਾਂ ਕੁੜੀਆਂ ਉਹ ਵੀ ਅਟੈਂਡ ਕਰ ਰਹੇ ਸੀ। ਤੇ ਬਹੁਤ ਇਕਾਗਰਤਾ ਦੇ ਨਾਲ ਮੈਂ ਦੇਖਿਆ ਕਿ ਉਹ ਜਿਹੜੀ ਸਾਇੰਸ ਕਲਾਸ ਦੇ ਵਿੱਚ ਜੋ ਜਾਣਕਾਰੀਆਂ ਵੱਖ-ਵੱਖ ਜਿੰਨੇ ਵੀ ਪ੍ਰੋਫੈਸਰ ਤੁਸੀਂ ਬੁਲਾਏ ਸੀ ਆਪ ਜੀ ਵੱਲੋਂ ਨਿਯੁਕਤ ਸੀ, ਤਾਂ ਜਿਹੜੀ ਵੀ ਉਹ ਸੇਵਾ ਨਿਭਾ ਰਹੇ ਸੀ ਉਹਨਾਂ ਨੂੰ ਬੜੀਆਂ ਤਰੀਕੇ ਦੇ ਨਾਲ ਨੋਟ ਕਰਕੇ ਐਂਡ ਕਾਪੀ 'ਤੇ ਵੀ ਨੋਟ ਕਰ ਰਹੇ ਸੀ ਤੇ ਉਹ ਸਮਝ ਵੀ ਰਹੇ ਸੀ। ਤੇ ਕੁਝ ਮਤਲਬ ਇੱਦਾਂ ਦਾ ਮਾਹੌਲ ਮੈਂ ਆਪਦੀ ਲਾਈਫ ਦੇ ਵਿੱਚ ਪਹਿਲੀ ਵਾਰ ਦੇਖਿਆ। ਸਰ ਇਹ ਇੱਦਾਂ ਦਾ এনवायरमेंट ਮੈਨੂੰ ਥੋੜ੍ਹਾ ਜਿਹਾ ਦੱਸੋ ਵੀ ਇਹ ਕਿਵੇਂ ਸੰਭਵ ਆ ਜੀ ਕਿ ਵੱਡੇ ਤੋਂ ਲੈ ਕੇ ਛੋਟਾ ਸਾਰੇ ਇੱਕ ਬੈਂਚ 'ਤੇ ਬੈਠੇ ਹੋਣਗੇ, ਏਜ ਦਾ ਕੋਈ ਬਾਰ ਨਾ ਹੋਵੇ ਜੀ? ਦੇਖੋ ਸਤਿੰਦਰ ਜੀ, ਇਹੀ ਸਾਡੇ ਹੌਸਲੇ ਨੂੰ ਬੁਲੰਦ ਕਰਦਾ ਹੈ, ਇਹੀ ਚੀਜ਼। ਕਿਉਂਕਿ ਜਿੱਦਣ ਅਸੀਂ ਇਸ ਮਿਸ਼ਨ ਦੀ ਸ਼ੁਰੂਆਤ ਕੀਤੀ ਇਹੀ ਸੋਚ ਕੇ ਕੀਤੀ ਸੀ ਕਿ ਅਸੀਂ ਆਪਣੇ ਘਰ ਦੇ ਵਿੱਚ ਬੱਚੇ ਤੋਂ ਬਜ਼ੁਰਗ ਨੂੰ ਕੁਦਰਤੀ ਸਿਹਤ ਵਿਗਿਆਨ ਨਾਲ ਅਗਰ ਜੋੜ ਦਿੰਦੇ ਹਾਂ ਤਾਂ ਅਸੀਂ ਬਹੁਤ ਵੱਡਾ ਹਿੱਸਾ ਆਪਦੇ ਦੇਸ਼ ਦਾ ਡੈਮੇਜ ਹੋਣ ਤੋਂ ਬਚਾ ਲਾਂਗੇ। ਤੇ ਉਹ ਚੀਜ਼ ਸੱਚ ਸਾਬਤ ਹੋ ਰਹੀ ਹੈ ਜਦੋਂ ਅਸੀਂ ਸਕੂਲਿੰਗ ਕਰ ਰਿਹਾ ਬੱਚਾ ਵੀ ਉੱਥੇ ਬੈਠਾ ਦੇਖਦੇ ਆ ਔਰ ਇੱਕ ਰਿਟਾਇਰ ਪਰਸਨ ਵੀ ਦੇਖਦੇ ਆ। ਹਾਂਜੀ, ਦੋਨੇ। ਔਰ ਵੱਡੀ ਗੱਲ ਕੀ ਆ, ਹਰ ਚੀਜ਼ ਨੂੰ ਨੋਟ ਡਾਊਨ ਕੀਤਾ ਜਾ ਰਿਹਾ, ਨੋਟਸ ਬਣਾਏ ਜਾ ਰਹੇ ਨੇ। ਤਾਂ ਅਸੀਂ ਅਕਸਰ ਕਲਾਸ 'ਚ ਕਹਿੰਦੇ ਹੁੰਦੇ ਹਾਂ ਕਿ ਇਹ ਨੋਟਸ ਨਹੀਂ ਗੇ, ਇਹ ਤੁਹਾਡੀ ਆਉਣ ਵਾਲੀ ਪੀੜ੍ਹੀ ਦਾ ਗ੍ਰੰਥ ਹੈ ਜਿਹਨੂੰ ਤੁਸੀਂ ਆਪਦੇ ਹੱਥਾਂ ਨਾਲ ਲਿਖ ਕੇ ਤੇ ਉਹਨਾਂ ਨੂੰ ਡਿਲੀਵਰ ਕਰੋਗੇ। ਸੋ ਬੜੀਆ ਪੋਜ਼ਿਟਿਵ ਵਾਈਬਸ ਦੇ ਵਿੱਚ ਦੇਖੋ ਮਾਹੌਲ ਬੰਦੇ ਨੂੰ ਬਦਲ ਦਿੰਦਾ। ਮਾੜਾ ਮਾਹੌਲ ਉਹਨੂੰ ਮਾੜਾ ਬਣਾਏਗਾ, ਚੰਗਾ ਮਾਹੌਲ ਚੰਗਾ ਬਣਾਏਗਾ। ਜੇ ਅਸੀਂ ਬਿਮਾਰਾਂ ਦੇ ਮਾਹੌਲ 'ਚ ਰਹਿ ਕੇ ਬਿਮਾਰ ਰਹਿ ਸਕਦੇ ਹਾਂ ਤਾਂ ਤੰਦਰੁਸਤ ਹੋ ਰਹੇ ਲੋਕਾਂ ਦੇ ਮਾਹੌਲ 'ਚ ਆ ਕੇ ਤੰਦਰੁਸਤ ਵੀ ਹੋ ਸਕਦੇ ਹਾਂ।
ਜਦੋਂ ਅਸੀਂ ਚੜ੍ਹਦੇ ਸੂਰਜ ਨੂੰ ਦੇਖਦੇ ਹਾਂ ਤਾਂ ਸਾਡੇ ਅੰਦਰ ਅਲੱਗ ਊਰਜਾ ਆਉਂਦੀ ਹੈ। ਜਦੋਂ ਅਸੀਂ ਢਲਦੇ ਉੱਤਰਦੇ ਸੂਰਜ ਨੂੰ ਦੇਖਦੇ ਹਾਂ ਸਾਡੇ ਅੰਦਰ ਅਲੱਗ ਊਰਜਾ ਆਉਂਦੀ ਹੈ। ਤੇ ਇੱਥੇ ਸਾਰਿਆਂ ਨੂੰ ਚੜ੍ਹਦੇ ਸੂਰਜ ਦੀ ਤਰ੍ਹਾਂ ਇੱਕ ਊਰਜਾ ਨਾਲ ਭਰਪੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਵੱਡੀ ਗੱਲ ਹੈ ਸਤਿੰਦਰ ਜੀ ਕਿ ਅਸੀਂ ਲੋਕਾਂ ਨੂੰ ਸਿੰਪਲ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਸਰੀਰ ਕੁਦਰਤ ਨੇ ਬਣਾਇਆ, ਦੁਨਿਆਵੀ ਸਾਇੰਟਿਸਟ ਨੇ ਨਹੀਂ ਬਣਾਇਆ। ਇਸ ਕਰਕੇ ਦੁਨਿਆਵੀ ਸਾਇੰਟਿਸਟ ਦੀਆਂ ਹੀ ਤੁਸੀਂ ਦਵਾਈਆਂ ਖਾਓ, ਇਹ ਕਿਤੇ ਨਹੀਂ ਲਿਖਿਆ ਹੋਇਆ। ਜਿੰਨੇ ਬਣਾਇਆ ਉਹਦਾ ਹੱਲ ਅਸੀਂ ਉਹਦੇ ਨਾਲ ਜੁੜ ਕੇ ਲਈਏ, ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਹੈਗਾ। ਅਦਰਵਾਈਜ਼ ਜਦੋਂ ਇਹ ਦੁਨਿਆਵੀ ਬਣਿਆ ਹੀ ਨਹੀਂ, ਇਸ ਕਰਕੇ ਦੁਨਿਆਵੀ ਚੀਜ਼ਾਂ ਇਹਦੇ 'ਤੇ ਕੰਮ ਹੀ ਨਹੀਂ ਕਰਦੀਆਂ। ਉਹਨੂੰ ਮਾਰਨ ਦਾ ਕੰਮ ਕਰ ਸਕਦੀਆਂ, ਜੀਵਤ ਰੱਖਣ ਦਾ ਨਹੀਂ ਕਰ ਸਕਦੀਆਂ। ਅਸੀਂ ਕਿਉਂ ਵਾਰ-ਵਾਰ ਇਹਨੇ ਬੈਡ ਐਕਸਪੀਰੀਅੰਸ ਔਰ ਟੌਰਚਰ ਬੋਡੀ 'ਤੇ ਕਰਵਾਉਂਦੇ ਹਾਂ। ਔਰ ਜੇ ਅਸੀਂ ਵਾਪਸ ਉਸ ਟੁੱਟੇ ਹੋਏ ਕੁਦਰਤ ਨਾਲ ਜੁੜ ਜਾਂਦੇ ਹਾਂ ਤਾਂ ਜੀਵਨ ਸੌਖਾ, ਸੋਬਰ, ਸੁਖੀ ਅਤੇ ਲੰਬੀ ਉਮਰ ਵਾਲਾ ਡਿਜ਼ਾਈਨ ਹੋ ਰਿਹਾ। ਮੈਂ ਨਹੀਂ ਕਹਿ ਰਿਹਾ ਕਿ ਹੋਏਗਾ, ਹੋ ਰਿਹਾ। ਜਿਹੜੇ ਜੁੜੇ ਨੇ ਉਹਨਾਂ ਦੇ ਜੀਵਨ 'ਚ ਭਰਪੂਰ ਖੁਸ਼ੀਆਂ ਆਈਆਂ, ਆਜ਼ਾਦ ਦਿਮਾਗ ਪੈਦਾ ਹੋਇਆ, ਆਜ਼ਾਦ ਸਰੀਰ ਬਣਿਆ ਉਹਨਾਂ ਦਾ। ਅਤੇ ਆਜ਼ਾਦ ਦਿਮਾਗ ਅਤੇ ਆਜ਼ਾਦ ਸਰੀਰ ਨਾਲ ਇੱਕ ਆਜ਼ਾਦ ਪਰਿਵਾਰ ਬਣਦਾ ਔਰ ਆਜ਼ਾਦ ਪਰਿਵਾਰਾਂ ਨਾਲ ਹੀ ਇੱਕ ਆਜ਼ਾਦ ਦੇਸ਼ ਬਣਦਾ। ਸਰ ਮੈਂ ਇੱਕ ਚੀਜ਼ ਨੋਟ ਕੀਤੀ ਕਿ ਜਦੋਂ ਤੁਸੀਂ ਸੰਗਤ ਦਾ ਨਾਮ ਦਿੰਦੇ ਹੋ ਨਾ, ਕਰਾਊਡ ਜਾਂ ਆਪਾਂ ਕਹਿੰਦੇ ਆ ਵੀ ਕੋਈ ਇੰਪਲਾਈ ਜਾਂ ਹੋਰ ਕਿਸੇ ਤਰੀਕੇ ਨਾਲ, ਹੈ ਨਾ, ਪਰ ਇਹ ਪਹਿਲਾ ਸੈਮੀਨਾਰ ਸੀ ਜਿਹਦੇ ਵਿੱਚ ਮੈਂ ਦੇਖਿਆ ਕਿ ਸੰਗਤ ਇੱਕ ਵਰਡ ਯੂਜ਼ ਕੀਤਾ ਗਿਆ ਜੀ। ਸੰਗਤ ਇੱਕ ਬਹੁਤ ਆਪਾਂ ਪਾਕ ਪਵਿੱਤਰ ਅਤੇ ਥੋੜ੍ਹਾ ਕਹਿ ਸਕਦੇ ਹਾਂ ਕਿ ਧਾਰਮਿਕ ਇੱਕ ਵੀ ਸਿੰਬਲ ਨਾਲ ਸੰਬੰਧਿਤ ਆ ਜੀ। ਤਾਂ ਮੈਂ ਦੇਖਿਆ ਕਿ ਲੋਕ ਜਦੋਂ ਐਂਟਰ ਕਰ ਰਹੇ ਸੀ ਅਤੇ ਉਹ ਇੱਕ ਉਤਸ਼ਾਹ ਸੀ ਉਹਨਾਂ ਦੇ ਚਿਹਰੇ 'ਤੇ। ਅਤੇ ਜਦੋਂ ਤੁਸੀਂ ਇੱਕ ਲਾਫਟਰ ਥੈਰੇਪੀ ਕਰਾਈ ਸਰ, ਜਿਹਦੇ ਵਿੱਚ ਸਾਰੇ ਹੱਸ ਰਹੇ ਸੀ, ਤਾਂ ਉਹ ਉਸ ਤੋਂ ਮਗਰੋਂ ਉਹ ਉਤਸ਼ਾਹ ਜਿਹੜਾ ਉਹ ਦੁੱਗਣਾ ਹੋ ਕੇ ਬਾਹਰ ਨਿਕਲ ਰਿਹਾ ਸੀ। ਤਾਂ ਮੈਂ ਉੱਥੇ ਲੋਕਾਂ ਦਾ ਜਿਹੜਾ ਉਤਸ਼ਾਹ ਹੈ ਉਹ ਬਹੁਤ ਦੇਖਿਆ ਸਰ। ਅਤੇ ਕੋਈ ਵੀ ਪਰਸਨ ਉੱਠ ਕੇ ਬਾਹਰ ਨਹੀਂ ਸੀ ਜਾ ਰਿਹਾ ਅਤੇ ਨਾ ਕੋਈ ਹਿਲਜੁਲ ਕਰ ਰਿਹਾ ਸੀ ਸਰ। ਇੰਨੀ ਇਕਾਗਰਤਾ ਅਤੇ ਇੰਨਾ ਸਮਾਂ ਜਿਹੜਾ ਬੱਝਿਆ ਹੋਇਆ ਸਮਾਂ ਸਰ ਮੈਂ ਆਪਣੀ ਲਾਈਫ 'ਚ ਪਹਿਲੀ ਵਾਰ ਦੇਖਿਆ। ਇਹਦੇ ਬਾਰੇ ਤੁਸੀਂ ਦੱਸੋ ਸਰ, ਇਹੋ ਜਿਹਾ ਕੀ ਸਮੋਹਨ ਕੀਤਾ ਸਰ ਤੁਸੀਂ ਸਾਰੇ ਲੋਕਾਂ ਨੂੰ ਕਿ ਸਾਰੇ ਲੋਕ ਜਿਹੜੇ ਆ ਇੱਕ ਧਾਗੇ ਦੀ ਤਰ੍ਹਾਂ ਸਾਰੇ ਪਰੋਏ ਹੋਏ ਆ ਅਤੇ ਉਸ ਚੀਜ਼ ਨੂੰ ਸਮਝ ਰਹੇ ਆ ਅਤੇ ਉਸ ਚੀਜ਼ ਨੂੰ 'ਤੇ ਵਿਚਾਰ ਚਰਚਾ ਚੱਲ ਰਹੀ ਆ। ਇਹਨੂੰ ਸਤਿੰਦਰ ਜੀ ਮੈਂ ਸ਼ਾਰਟ ਦੇ ਵਿੱਚ ਇਹੀ ਕਹੂੰਗਾ ਕਿ ਜਿਵੇਂ ਇੱਕ ਮੁਰਝਾਏ ਹੋਏ ਬੂਟੇ ਨੂੰ ਪਾਣੀ ਮਿਲ ਜਾਂਦਾ ਅਤੇ ਉਹ ਖਿੜ ਜਾਂਦਾ ਨਾ, ਉਵੇਂ ਹੀ ਹੈ। ਇੱਥੇ ਅਸੀਂ ਫਿਜ਼ੀਕਲੀ ਜੋ ਗਿਆਨ ਹੈ, ਸਰੀਰਕ ਰੂਪੀ ਗਿਆਨ, ਉਹ ਤਾਂ ਦਿੰਦੇ ਹਾਂ, ਲੇਕਿਨ ਇੱਥੇ ਅਸੀਂ ਮਾਨਸਿਕ ਅਤੇ ਸਪਿਰਿਚੁਅਲੀ ਦਾ ਗਿਆਨ ਦਾ ਵੀ ਅਸੀਂ ਧਿਆਨ ਰੱਖਦੇ ਹਾਂ। ਕਿਉਂਕਿ ਨੇਚਰ ਨੇ ਸਾਨੂੰ ਜਿਸ ਤਰੀਕੇ ਨਾਲ ਬਣਾਇਆ ਅਸੀਂ ਉਸ ਤਰੀਕੇ ਦੇ ਗਿਆਨ ਪ੍ਰੋਵਾਈਡ ਕਰਵਾ ਰਹੇ ਹਾਂ। ਔਰ ਜਿਹੜੇ ਸਰੀਰ ਨੂੰ ਜਿਹੜੀ ਚੀਜ਼ ਦੀ ਕਮੀ ਕਰਕੇ ਉਹ ਮੁਰਝਾਇਆ ਹੋਇਆ, ਉਹਦੀ ਪੂਰਤੀ ਆਪਣੇ ਆਪ ਹੋ ਰਹੀ ਹੈ ਤਾਂ ਖੁਸ਼ ਹੋ ਰਿਹਾ। ਠੀਕ ਹੈ, ਤਾਂ ਜਦੋਂ ਜਿਹੜੀ ਚੀਜ਼ ਦੀ ਤੁਹਾਡੇ ਅੰਦਰ ਕਮੀ ਹੁੰਦੀ ਉਹਦੀ ਪੂਰਤੀ ਹੁੰਦੀ ਹੈ, ਆਪਣੇ ਆਪ ਹੀ ਤੁਹਾਡੇ ਅੰਦਰ ਇੱਕ એનર્ਜੀ, ਇੱਕ ਔਰਾ ਤੁਹਾਡਾ ਸਟਰੋਂਗ ਹੁੰਦਾ। ਸੋ ਲੋਕਾਂ ਦਾ ਇੰਨੇ ਟਾਈਮ ਬੈਠੇ ਰਹਿਣਾ ਇਹ ਆਪਣੇ ਆਪ 'ਚ ਸਬੂਤ ਹੈ ਕਿ ਉਹ ਸਰੀਰਕ ਨਹੀਂ, ਉਹ ਮਨੋਂ ਜੁੜਦੇ ਨੇ ਇੱਥੇ ਆ ਕੇ। ਔਰ ਮਨੋਂ ਉੱਥੇ ਹੀ ਜੁੜਿਆ ਜਾਂਦਾ ਜਿੱਥੇ ਜੋੜਨ ਵਾਲਾ ਵੀ ਮਨੋਂ ਜੋੜ ਰਿਹਾ ਹੋਵੇ। ਫਾਰਮੈਲਿਟੀ ਨਾਲ ਕਿਸੇ ਨੂੰ ਤੁਸੀਂ, ਮੈਂ ਕਹਿੰਦਾ ਤੁਸੀਂ ਆਪਾਂ ਥੀਏਟਰ ਜਾਂਦੇ ਹਾਂ, ਅਗਰ ਮੂਵੀ ਪਸੰਦ ਆਵੇ ਆਪਾਂ ਇੰਟਰਵਲ ਤੋਂ ਪਹਿਲਾਂ ਉੱਠ ਜਾਂਦੇ ਹਾਂ, ਠੀਕ ਹੈ। ਤਾਂ ਇੱਥੇ ਤਾਂ ਕਿਸੇ ਨੂੰ ਵੀ ਤੁਸੀਂ ਜ਼ਬਰਦਸਤੀ ਬਿਠਾ ਹੀ ਨਹੀਂ ਸਕਦੇ। ਠੀਕ ਹੈ, ਲੋਕ ਬੜੀ ਦੂਰੋਂ ਗੁੜਗਾਉਂ ਤੋਂ, ਉੱਤਰਾਖੰਡ ਤੋਂ, ਹਿਮਾਚਲ ਤੋਂ, ਜੰਮੂ ਤੋਂ ਲੋਕ ਆਏ ਹੋਏ। ਤਾਂ ਇਹ ਆਪਣੇ ਆਪ 'ਚ ਇੱਕ ਬਦਲਾਵ ਦੀ ਨਿਸ਼ਾਨੀ ਹੈ। ਇੱਥੋਂ ਇੱਕ ਚੀਜ਼ ਸਾਨੂੰ ਬਹੁਤ ਅੱਛੀ ਸਮਝ ਆਈ ਕਿ ਸਾਡੇ ਦੇਸ਼ ਦੇ ਲੋਕ ਮਿਹਨਤੀ ਬਹੁਤ ਹੈ ਔਰ ਇਹ ਬਦਲਾਵ ਚਾਹੁੰਦੇ ਨੇ। ਬਦਲਾਵ ਚਾਹੁੰਦੇ ਆ ਸਰ। ਇਹਨਾਂ ਨੂੰ ਸਹੀ ਜਾਣਕਾਰੀ ਹੈ ਨਹੀਂ, ਇਹਨਾਂ ਨੂੰ ਇੱਕ ਸਿਸਟਮ ਚਾਹੀਦਾ ਹੈ। ਸਿਰਫ ਅਸੀਂ ਉਸ ਪਰਮੇਸ਼ਰ ਤੋਂ ਆਸਰਾ ਲੈ ਕੇ ਉਹ ਸਿਸਟਮ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਸੰਗਤ ਦਾ ਸਾਥ ਮੰਗਿਆ। ਹਾਂ, ਸੰਗਤ ਸ਼ਬਦ ਦੀ ਤੁਸੀਂ ਗੱਲ ਕੀਤੀ, ਦੇਖੋ ਅਗਰ ਅਸੀਂ ਬਗਾਨਿਆਂ ਦੀ ਵੋਕੈਬਲਰੀ ਐਡ ਕਰ ਸਕਦੇ ਹਾਂ ਤੇ ਆਪਦੀ ਕਿਉਂ ਨਹੀਂ। ਠੀਕ ਹੈ, ਸਾਡੇ ਸ਼ਬਦਾਂ 'ਚ ਤਾਕਤ, ਸਾਡਾ ਇੱਕ ਆਪਸੀ ਵੈਲਕਮ ਕਰਨ ਦਾ ਸੁਭਾਅ, ਸਾਡੇ ਸੁਭਾਅ ਦੇ ਵਿੱਚ ਇੱਕ ਮਿੱਠਾਪਨ, ਇਹ ਸਾਨੂੰ ਸ਼ੁਰੂ ਤੋਂ ਮਿਲੀ ਇੱਕ ਗੁੜਤੀ ਹੈ। ਠੀਕ ਹੈ, ਔਰ ਜਦੋਂ ਅਸੀਂ ਕਿਸੇ ਨੂੰ ਰੂਹਾਨੀ ਰੂਪ ਦੇ ਵਿੱਚ ਸੰਬੋਧਿਤ ਕਰਦੇ ਹਾਂ ਤਾਂ ਰੂਹ ਦੀ ਗੱਲ ਰੂਹ ਤੱਕ ਪਹੁੰਚਦੀ ਹੈ। ਅਤੇ ਜਦੋਂ ਅਸੀਂ ਇੱਕ ਸੰਗਤ ਦੇ ਰੂਪ 'ਚ ਇਕੱਠਿਆਂ ਨੇ ਕੰਮ ਕਰਨਾ ਹੁੰਦਾ ਤਾਂ ਤੁਹਾਡੇ ਜਿਹੜੀ ਵੋਕੈਬਲਰੀ ਹੈ ਉਹ ਵੰਡਣ ਵਾਲੀ ਨਹੀਂ ਹੋਣੀ ਚਾਹੀਦੀ। ਉਹਦੇ 'ਚ ਹਉਮੈ ਜਾਂ ਮੈਂ ਨਹੀਂ ਹੋਣੀ ਚਾਹੀਦੀ, ਉਹਦੇ 'ਚ ਅਸੀਂ ਇਕੱਠੇ ਸੰਬੋਧਿਤ ਹੋਣੇ ਚਾਹੀਦੇ ਹਾਂ। ਬਿਲਕੁਲ। ਤਾਂ ਸੰਗਤ ਦਾ ਦੂਸਰਾ ਰੂਪ ਹੁੰਦਾ ਕਿ ਜਿੱਥੇ ਸੱਚ ਦਾ ਪ੍ਰਚਾਰ ਹੋ ਰਿਹਾ ਹੋਵੇ। ਠੀਕ ਹੈ, ਉਹ ਚੀਜ਼ ਆਪਣੇ ਆਪ ਹੀ ਸਤਸੰਗ ਬਣ ਜਾਂਦੀ ਹੈ। ਠੀਕ ਹੈ, ਔਰ ਸੰਗਤ ਦਾ ਮਤਲਬ ਉਹ ਇੱਕ ਐਸੋਸੀਏਸ਼ਨ, ਠੀਕ ਹੈ, ਜਿੱਥੇ ਸੱਚ ਦੀ ਗੱਲ ਹੋ ਰਹੀ ਹੈ। ਸੋ
ਸੱਚ ਨੂੰ ਕਿਸੇ ਗਵਾਹੀ ਦੀ ਲੋੜ ਨਹੀਂ, ਨਹੀਂ ਲੋੜ ਠੀਕ ਆ। ਔਰ ਸੱਚ ਨੂੰ ਕਿਸੇ ਡਿਜ਼ਾਈਨਿੰਗ ਦੀ ਲੋੜ ਨਹੀਂ ਆਰਟੀਫੀਸ਼ੀਅਲ। ਜੋ ਤੁਸੀਂ ਬੋਲਤਾ ਜੇ ਉਹ ਸੱਚ ਆ ਤੇ ਤੁਹਾਡੀ ਰੂਹ ਤੱਕ ਉਤਰ ਗਏ, ਠੀਕ ਹੈ। ਤੁਹਾਨੂੰ ਉਹਦੇ ਲਈ ਤੁਹਾਨੂੰ ਬਹੁਤੇ ਆਬਜ਼ਰਵ ਕਰਨ ਦੀ ਜ਼ਰੂਰਤ ਨਹੀਂ, ਬਹੁਤੀ ਇਹਨੂੰ ਕਲੈਰੀਫਿਕੇਸ਼ਨ ਦੀ ਜ਼ਰੂਰਤ ਨਹੀਂ ਪੈਣੀ। ਤੁਹਾਡੀ ਰੂਹ ਨੇ ਮੰਨ ਲਿਆ ਵੀ ਹਾਂ ਸੱਚ ਹੈ, ਤਾਂ ਉਹ ਸੱਚ ਦੇ ਉੱਤੇ ਆਪਾਂ ਬੋਲ ਰਹੇ, ਆਪਾਂ ਕਿਸੇ ਨੂੰ ਕੋਈ ਗੁੰਮਰਾਹ ਨਹੀਂ ਕਰ ਰਹੇ, ਉਲਟਾ ਹਨੇਰੇ 'ਚੋਂ ਬਾਹਰ ਲਿਆਉਣ ਦੀ ਕੋਸ਼ਿਸ਼ ਕਰ ਰਹੇ। ਜੇ ਸੱਚ ਲੱਗਦਾ ਤਾਂ ਸੰਗਤ ਉਹਨੂੰ ਐਕਸੈਪਟ ਕਰ ਰਹੀ। ਸਰ ਮੈਂ ਇੱਕ ਚੀਜ਼ ਇਹ ਵੀ ਇੱਥੇ ਨੋਟ ਕੀਤੀ ਆ ਕਿ ਅੱਜ ਮੈਂ ਨਾ ਇੱਕ ਪੇਸ਼ੈਂਟ ਸੀ ਤੇ ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ ਤੇ ਉਹ ਅੱਗੇ ਜਾ ਕੇ ਹੈਲਥ ਕਾਉਂਸਲਰ ਵੀ ਬਣੇ। ਮੈਨੂੰ ਲੱਗਦਾ ਕਿ ਹੁਣ ਉਹ ਐਜ਼ ਏ ਹੈਲਥ ਕਾਉਂਸਲਰ ਵੀ ਤੁਹਾਡੇ ਨਾਲ ਆਪ ਜੀ ਨਾਲ ਜੁੜ ਕੇ ਆਰਗੇਨਾਈਜੇਸ਼ਨ ਨਾਲ ਕੰਮ ਕਰ ਰਹੇ ਆ। ਤਾਂ ਉਹ ਪਹਿਲਾਂ ਕਿਸੇ ਬੈਂਕ 'ਚ ਜੌਬ ਕਰਦੇ ਸੀ। ਮੈਂ ਉਹਦੇ ਨਾਲ ਗੱਲ ਕਰ ਰਿਹਾ ਸੀ ਤੇ ਉਹ ਕਹਿੰਦੇ ਵੀ ਬੜਾ ਟਾਈਟ ਸਕੈਜੂਲ ਹੁੰਦਾ ਜੀ ਬੈਂਕ ਦਾ, ਟਾਰਗੇਟ ਵਾਲੀ ਜੌਬ ਹੁੰਦੀ ਹੈ ਜੀ, ਤੁਹਾਨੂੰ ਪਤਾ ਕੋਆਪਰੇਟਿਵ ਸੈਕਟਰ ਦੇ ਵਿੱਚ ਆਹ ਕੁਛ ਹੀ ਹੁੰਦਾ। ਤਾਂ ਉੱਥੇ ਉਹ ਮਸਾਂ ਖਿੱਚ ਕੇ ਮਤਲਬ 30-40 ਸਮਥਿੰਗ ਐਂ ਕਹਿ ਰਹੇ ਸੀ ਵੀ ਇੰਨੇ ਕੁ ਅਮਾਊਂਟ ਉਹ ਕਮਾ ਲੈਂਦੇ ਸੀ ਹੈ ਨਾ, 30-40 ਹਜ਼ਾਰ। ਤਾਂ ਇੱਥੇ ਜਦੋਂ ਉਹ ਜੁੜੇ ਹੋਏ ਨੇ ਤੇ 3-4 ਸਾਲ ਤੋਂ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਇਦਾਂ ਕਰਕੇ ਉਹ ਨਾਲ ਜੁੜੇ ਹੋਏ ਕੰਮ ਕਰ ਰਿਹਾ। ਤਾਂ ਹੁਣ ਕਹਿੰਦੇ ਕਿ ਮੈਂ ਆਰਾਮ ਦੇ ਨਾਲ 80-90 ਹਜ਼ਾਰ ਕਈ ਵਾਰ ਲੱਖ ਰੁਪਈਆ ਵੀ ਕਮਾ ਜਾਂਦਾ। ਤਾਂ ਮੈਂ ਉਹ ਜਿਹੜਾ ਟਾਈਟ ਸਕੈਜੂਲ ਸੀ ਜਿਹੜਾ ਉਹ ਉਹਦੇ 'ਚੋਂ ਬਾਹਰ ਆ ਗਿਆ। ਤਾਂ ਹੁਣ ਮੈਂ ਮਤਲਬ ਖੁਦ ਇੰਨਾ ਫ੍ਰੀ ਫੀਲ ਕਰਦਾ ਕਿ ਮੈਂ ਕੰਮ ਨੂੰ ਕੰਮ ਨਹੀਂ ਸਮਝਦਾ, ਮੈਂ ਇੱਕ ਕੰਮ ਨੂੰ ਇੱਕ ਇੰਜੋਏ ਕਰ ਰਿਹਾ ਕੰਮ ਨੂੰ। ਮਤਲਬ ਕੰਮ ਦਾ ਬੋਝ ਸ਼ਬਦ ਜਿਹੜਾ ਹੈ ਉਹਦੀ ਲਾਈਫ 'ਚੋਂ ਕਹਿੰਦਾ ਵੀ ਮੇਰੀ ਲਾਈਫ 'ਚੋਂ ਕੱਟਿਆ ਗਿਆ। ਇਹ ਸਰ ਕਿਵੇਂ ਸੰਭਵ ਆ ਕਿ ਬੰਦਾ ਲੱਖ ਰੁਪਈਆ ਵੀ ਕਮਾਵੇ ਜੀ ਅਤੇ ਉੱਤੋਂ ਕੋਈ ਸਟ੍ਰੈਸ ਵੀ ਨਾ ਹੋਵੇ, ਕੋਈ ਸਕੈਜੂਲ ਵੀ ਫੋਲੋ ਨਾ ਕਰਨਾ ਪਵੇ ਉਹਨੂੰ? ਇਹ ਸਰ ਇੱਦਾਂ ਦਾ ਕਿਹੜੀ ਐਲਗੋਰਿਥਮ ਤੁਸੀਂ ਫੋਲੋ ਕਰਵਾਈ ਹੈ ਜੀ ਆਪਣੇ ਜਿਹੜੇ ਹੈਲਥ ਕਾਉਂਸਲਰ ਤੁਸੀਂ ਬਣਾਏ ਆ? ਇਹਦੇ ਬਾਰੇ ਥੋੜ੍ਹਾ ਜਿਹਾ ਜਾਣਨਾ ਪਾਓ ਜੀ। ਇਹਦੇ 'ਚ ਇਸ ਤਰ੍ਹਾਂ ਹੁੰਦਾ ਜੀ ਕਿ ਅਸੀਂ 3 ਮਿਸ਼ਨ ਲੈ ਕੇ ਚੱਲੇ। ਪਹਿਲਾ ਹੈ ਕਿ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੰਦਰੁਸਤ ਰੱਖਣ ਵਾਲਾ ਡਾਕਟਰ ਬਣਾਉਣਾ। ਦੂਸਰਾ ਇਹ ਕਿ ਤੁਹਾਡੇ ਅੰਦਰ ਉਹ ਉੱਦਮ ਪੈਦਾ ਕਰਨਾ ਕਿ ਤੁਸੀਂ ਆਪਣੇ ਉੱਦਮ ਨਾਲ ਆਪਣੀ ਤੇ ਆਪਣੇ ਪਰਿਵਾਰ ਦੀ ਉਮਰ ਨੂੰ 100 ਸਾਲ ਲੈ ਕੇ ਜਾਓਗੇ ਜੀ। ਅਸੀਂ ਨਹੀਂ ਕਹਿ ਰਹੇ ਕਿ ਅਸੀਂ ਕਰਾਂਗੇ, ਤੁਸੀਂ ਤੁਹਾਡੇ ਅੰਦਰ ਉਹ ਉੱਦਮ ਪੈਦਾ ਜ਼ਰੂਰ ਕਰ ਦਿਆਂਗੇ, ਐਕਸ਼ਨ ਤੁਹਾਡੇ ਨੇ। ਤੀਸਰਾ ਹੈ ਕਿ ਪਹਿਲਾ ਸੁੱਖ ਨਿਰੋਗੀ ਕਾ, ਦੂਜਾ ਸੁੱਖ ਹੈ ਘਰ ਵਿੱਚ ਮਾਇਆ। ਤਾਂ ਜੇ ਦੇਖੋ ਖਾਲੀ ਪੇਟ 'ਚ ਭਗਤੀ ਨਹੀਂ ਹੁੰਦੀ, ਖਾਲੀ ਪੇਟ ਭਲਾ ਵੀ ਨਹੀਂ ਹੋਣਾ। ਤਾਂ ਮਟੀਰੀਅਲਿਸਟਿਕ ਲਾਈਫ ਹੈ, ਘਰ ਦੇ ਖਰਚੇ ਨੇ, ਗ੍ਰਹਿਸਥ ਜੀਵਨ ਹੈ। ਜੇ ਅਸੀਂ ਗ੍ਰਹਿਸਥੀ ਲੋਕਾਂ ਨੂੰ ਨਾਲ ਲੈ ਕੇ ਆਉਣਾ ਹੈ ਤਾਂ ਤੁਹਾਨੂੰ ਉਹਨਾਂ ਦੀ ਸਮੱਸਿਆ ਦਾ ਹੱਲ ਵੀ ਨਾਲ ਦੇਣਾ ਪੈਣਾ। ਸੋ ਇਹਦੇ ਅੰਦਰ ਅਸੀਂ ਕੈਰੀਅਰ ਪਲੇਟਫਾਰਮ ਵੀ ਡਿਜ਼ਾਈਨ ਕੀਤਾ ਜਿਹਦੇ ਵਿੱਚ ਤੁਸੀਂ ਆਪਣੇ ਕੋਰਸਸ ਕਰਦੇ ਔਰ ਕੋਰਸਸ ਤੋਂ ਬਾਅਦ ਵੀ ਕੋਰਸਸ ਕਰਦੇ ਵੀ ਕੋਰਸਸ ਤੋਂ ਬਾਅਦ ਵੀ ਤੁਸੀਂ ਇੱਕ ਅੱਛੀ ਹੈਂਡਸਮ ਇਨਕਮ ਅਰਨ ਕਰ ਸਕਦੇ ਹੋ, ਸਮਾਜ ਦੀ ਸੇਵਾ ਕਰਕੇ, ਕਾਉਂਸਲਿੰਗ ਕਰਕੇ ਔਰ ਥੈਰੇਪੀਜ਼ ਨੂੰ ਡਿਲੀਵਰ ਕਰਕੇ। ਸੋ ਪੇਸ਼ੈਂਟ ਸਭ ਦੇ ਕੋਲ ਜੁੜੇ ਹੋਏ ਨੇ, ਸਰਵਿਸਿਜ਼ ਲੈ ਰਹੇ ਨੇ। ਵੱਡੀ ਗੱਲ ਹੈ, ਸਾਡਾ ਕੋਈ ਵੀ ਕਾਉਂਸਲਰ ਸੇਲ ਲਈ ਕੰਮ ਨਹੀਂ ਕਰਦਾ ਜੀ। ਸਾਰੇ ਕਾਉਂਸਲਰ ਅਗਲੇ ਨੂੰ ਡਾਕਟਰ ਬਣਾਉਣ 'ਤੇ ਕੰਮ ਕਰਦੇ ਨੇ। ਠੀਕ ਹੈ ਜੀ। ਹੁਣ ਜਦੋਂ ਤੁਸੀਂ એનર્ਜੀ ਲਗਾਓਗੇ ਪੈਸਾ ਬਾਈ ਡਿਫਾਲਟ ਆਏਗਾ ਜੀ, ਠੀਕ ਹੈ। ਉਹ ਤਾਂ ਸਭ ਨੂੰ ਪਤਾ ਹੈ ਕਿ ਅਸੀਂ ਘਰ ਦੇ ਵਿੱਚ ਗ੍ਰੰਥੀ ਸਿੰਘ ਵੀ ਬੁਲਾਉਣਾ ਹੁੰਦਾ ਤੇ ਉਹਦੇ ਲਈ ਵੀ ਇੱਕ ਭੇਟਾ ਰੱਖਦੇ ਹਾਂ, ਠੀਕ ਹੈ। ਤੇ ਇੱਥੇ ਅਸੀਂ ਇੱਕ ਹੈਲਥ ਕਾਉਂਸਲਰ ਨੂੰ ਬੁਲਾਵਾਂਗੇ, ਉਹਦੀ એનર્ਜੀ ਲੱਗੇਗੀ ਤਾਂ ਉਹਦੀ ਵੀ ਇੱਕ ਭੇਟਾ ਹੋਏਗੀ। ਸੋ ਉਸ ਤਰੀਕੇ ਨਾਲ ਜਿਵੇਂ ਸੇਵਾ ਨਿਭਾ ਰਹੇ ਨੇ, ਜਿੰਨੀ ਸੇਵਾ ਹੈਗੀ ਹੈ ਉਸ ਤਰੀਕੇ ਨਾਲ ਉਹਨਾਂ ਨੂੰ ਭੇਟਾ ਵੀ ਜ਼ਿਆਦਾ ਇਕੱਠੀ ਹੋ ਜਾਂਦੀ ਹੈ ਜੀ। ਸੋ ਨਾਲੇ ਪੁੰਨ ਤੇ ਨਾਲੇ ਫਲੀਆਂ। ਸੋ ਇੱਥੇ ਅਸੀਂ ਤਿੰਨੋਂ ਮਿਸ਼ਨ ਨੂੰ ਜਿਹੜਾ ਹੈਗਾ ਬਖੂਬੀ ਪ੍ਰੈਕਟੀਕਲੀ ਵਰਕਿੰਗ 'ਚ ਲੈ ਕੇ ਆ ਚੁੱਕੇ ਹੈਗੇ। ਇੱਕ ਸਰ ਜਿਹੜੀ ਚੀਜ਼ ਮੈਂ ਨੋਟ ਕੀਤੀ, ਜਿਵੇਂ ਆਪ ਜੀ ਨੇ ਪਹਿਲਾਂ ਹੀ ਗੱਲਾਂ ਬਾਤਾਂ ਦੇ ਵਿੱਚ ਦੱਸਿਆ ਕਿ ਬੈਂਗਲੌਰ ਤੋਂ ਜਾਂ ਆਊਟ ਆਫ ਸਟੇਟ ਕਾਫੀ ਜਿਹੜੇ ਵਲੰਟੀਅਰ ਆ ਰਹੇ ਨੇ ਜੀ, ਜਾਂ ਜਿਹੜੇ ਜੁੜ ਕੇ ਕੰਮ ਕਰ ਰਹੇ ਨੇ। ਕੀ ਆਉਣ ਵਾਲੇ ਸਮੇਂ 'ਤੇ ਜਿਹੜੀ ਵੈਲਬੀਇੰਗ ਹੈਲਥ ਆਰਗੇਨਾਈਜੇਸ਼ਨ ਇੱਦਾਂ ਦਾ ਕੁਛ ਇੰਤਜ਼ਾਮ ਕਰੇਗੀ ਕਿ ਆਨਲਾਈਨ ਵੀ ਕੋਈ ਕਲਾਸ ਅਟੈਂਡ ਕਰ ਲੇ ਸ਼ਨੀਵਾਰ ਦੀ? ਦੇਖੋ ਆਨਲਾਈਨ ਜਿਹੜਾ ਸਿਸਟਮ ਹੈ ਨਾ, ਜੋ ਚੀਜ਼ ਅਸੀਂ ਕਰਨਾ ਚਾਹੁੰਦੇ ਜੀ ਉਹ ਸਾਡੀਆਂ ਉਹਨਾਂ ਚੀਜ਼ਾਂ ਦੀ ਪੂਰਤੀ ਨਹੀਂ ਕਰਦਾ। ਇਸ ਕਰਕੇ ਇੱਕ ਕੰਡੀਸ਼ਨ ਰੱਖੀ ਵੀ ਜੇ ਕੋਈ ਆਉਣਾ ਚਾਹੁੰਦਾ ਸਰੀਰ ਨਾਲ ਲੈ ਕੇ ਆਵੇ ਜੀ, ਠੀਕ ਹੈ। ਤਾਂ ਇਕੱਲਾ ਸੁਣਨ ਨਾਲ ਨਹੀਂ, ਦੇਖਣ ਨਾਲ ਨਹੀਂ। ਅਦਰਵਾਈਜ਼ ਅਜੇ ਜੇ ਉਹਦੇ ਕੋਲ ਟਾਈਮ ਨਹੀਂ ਹੈਗਾ ਤਾਂ ਕੋਈ ਦਿੱਕਤ ਨਹੀਂ, ਰੁਕ ਕੇ ਆ ਜਾਵੇ। ਲੇਕਿਨ ਫਿਜ਼ੀਕਲੀ ਇਨਵੋਲਵੇਸ਼ਨ ਜ਼ਰੂਰੀ ਹੈ, ਠੀਕ ਹੈ। ਹਾਂ, ਕਿਉਂਕਿ ਮਾਹੌਲ 'ਚ ਤੁਹਾਡਾ ਪੂਰਾ ਢਲਣਾ ਜ਼ਰੂਰੀ ਹੈ। ਅਦਰਵਾਈਜ਼ ਅਸੀਂ ਜੋ ਕਰਨਾ ਚਾਹੁੰਦੇ ਉਹ ਨਹੀਂ ਕਰ ਪਾਵਾਂਗੇ ਉਸ ਇਨਸਾਨ। ਨਹੀਂ ਸਰ, ਮਾਹੌਲ ਤਾਂ ਮੈਂ ਦੇਖ ਚੁੱਕਾ ਜੀ, ਮਾਹੌਲ ਤਾਂ ਵਾਕਈ ਜ਼ਬਰਦਸਤ ਹੁੰਦਾ। ਇੱਕ ਗੱਲ ਕਹਿਣੀ ਹੁੰਦੀ ਆ ਜੀ, ਇੱਕ ਅਬਜ਼ਰਵ ਕਰਨੀ ਹੁੰਦੀ ਆ। ਸੋ ਮੈਂ ਇੱਥੇ ਆਣ ਕੇ ਜਦੋਂ ਸਾਰਾ ਮਾਹੌਲ ਦੇਖਿਆ ਜੀ, ਜੋਤ ਜਗਾਈ ਜਾ ਰਹੀ ਹੈ ਜੀ। ਇੱਕ ਸਰ ਮੈਂ ਨਾ ਇੱਕ ਡਿਫਰੈਂਟ ਕਾਈਂਡ ਪ੍ਰੇਅਰ ਸੁਣੀ ਜੀ, ਇਹਦੇ ਬਾਰੇ ਤੁਸੀਂ ਚਾਨਣਾ ਪਾਓ ਜੀ। ਇਹ ਕਿਵੇਂ ਇਹ ਹਕੀਕਤ ਦੇ ਵਿੱਚ ਇੰਪਲੀਮੈਂਟ ਤੁਸੀਂ ਕੀਤੀ, ਜਿਹੜੀ ਕਿ ਪ੍ਰੇਅਰ ਸਾਰੇ ਹੱਥ ਫੜ ਕੇ ਜਾਂ ਉਹ ਕਰਦੇ ਆ? ਦੇਖੋ, ਇਨਸਾਨ ਦਾ ਸਰੀਰ ਚੰਗੀ ਖੁਰਾਕ ਨਾਲ ਬਣਦਾ ਤੇ ਦਿਮਾਗ ਚੰਗੇ ਵਿਚਾਰਾਂ ਨਾਲ ਬਣਦਾ।
ਅਸੀਂ ਸਿਰਫ ਉਹ ਚੰਗੇ ਵਿਚਾਰਾਂ ਦੀ ਆਦਤ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਬੰਦਾ ਮਾਹੌਲ 'ਚ ਢਲਿਆ ਹੁੰਦਾ ਤਾਂ ਤੁਸੀਂ ਉਹਦੇ ਅੰਦਰ ਜੋ ਚੀਜ਼ ਪਾ ਦੋਗੇ ਉਹਦਾ ਹਿੱਸਾ ਬਣ ਜਾਂਦੀ ਹੈ। ਜੇ ਮੂਵੀਜ਼ ਦੇ 3 ਘੰਟੇ ਤੁਹਾਨੂੰ ਕੁਝ ਟਾਈਮ ਲਈ ਮੂਵੀ ਦੇ ਅੰਦਰ ਲੈ ਜਾਂਦੇ ਨੇ, ਤਾਂ ਸੰਗਤ ਦੇ ਵਿੱਚ ਜੇ ਤੁਸੀਂ ਇਸ ਤਰ੍ਹਾਂ ਦੇ ਸੈਮੀਨਾਰਸ, ਐਜੂਕੇਸ਼ਨ ਸੈਮੀਨਾਰਸ ਦੇ ਵਿੱਚ ਮਨੋ ਜਿੱਥੇ ਸਿਖਾਇਆ ਜਾ ਰਿਹਾ ਹੋਵੇ, ਕੋਈ ਵੀ ਸ਼ਬਦ ਅਗਰ ਚੰਗਾ ਸ਼ਬਦ ਅਸੀਂ ਕਿਸੇ ਦੇ ਜੀਵਨ ਦਾ ਹਿੱਸਾ ਬਣਾ ਦਿੰਦੇ ਹਾਂ, ਉਹ ਇੱਕ ਸ਼ਬਦ ਉਹਦਾ ਜੀਵਨ ਬਦਲ ਸਕਦਾ ਹੈ। ਸੋ ਜਿੰਨੇ ਵੀ ਸ਼ਬਦ ਹੁੰਦੇ ਨੇ ਉਹ ਸਾਰੇ ਇਸ ਤਰੀਕੇ ਨਾਲ ਡਿਲੀਵਰ ਕੀਤੇ ਜਾਂਦੇ ਨੇ, ਇੱਕ ਤਾਂ ਯੂਨੀਵਰਸਲ ਹੋਣ ਜੀ, ਦੂਸਰਾ ਉਹਨਾਂ ਦਾ ਅਸਰ ਵੀ ਯੂਨੀਵਰਸਲ ਜਾਣਾ ਚਾਹੀਦਾ ਹੈ। ਉਹ ਇੱਕ ਪਾਰਟਿਕੂਲਰ ਕੈਟਾਗਰੀ ਜਾਂ ਰਿਲੀਜਨ ਨੂੰ ਬਿਲੋਂਗ ਨਹੀਂ ਕਰਨਾ ਹੋਣਾ ਚਾਹੀਦਾ, ਤਾਂ ਉਹ ਇੱਕ ਯੂਨੀਵਰਸਲ, ਉਹ ਸਭ 'ਤੇ ਲਾਗੂ ਹੋਣਾ ਚਾਹੀਦਾ। ਜੋ ਇੱਕ ਕੁਦਰਤ ਦੇ ਪ੍ਰਿੰਸੀਪਲ ਨੇ ਉਹਦੇ ਮੁਤਾਬਕ ਹਰ ਚੀਜ਼ ਬੋਲੀ ਜਾਂਦੀ ਹੈ। ਜੋ ਜਗਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਸਾਹਮਣੇ ਵਾਲਿਆਂ ਨੂੰ ਇੱਕ ਇੰਟਰਨਲੀ ਇੱਕ ਮੈਸੇਜ ਆਵੇ ਕਿ ਅੱਜ ਦੀ ਕਲਾਸ ਸਾਡੇ ਅੰਦਰ ਦੇ ਹਨੇਰੇ ਦੇ ਅੰਦਰ ਇਹ ਇੱਕ ਜੋਤ ਦੀ ਤਰ੍ਹਾਂ ਹੋਏਗੀ ਜਿਹੜੀ ਸਾਹਮਣੇ ਜਗਾਈ ਜਾ ਰਹੀ ਹੈ। ਅੱਜ ਦੀ ਜਿਵੇਂ ਅਸੀਂ ਕਲਾਸ ਦੇ ਸ਼ਬਦ ਸਾਡੇ ਅੰਦਰ ਵੀ ਹਨੇਰਾ ਖਤਮ ਕਰਨ ਦਾ ਕੰਮ ਕਰੇਗੀ। ਸੋ ਉਹਦੇ ਲਈ ਬਹੁਤ ਸਾਰੀਆਂ ਚੀਜ਼ਾਂ ਨਾ ਜਦੋਂ ਅਸੀਂ ਦੇਖਦੇ ਹਾਂ ਉਹਨਾਂ ਦਾ ਅਸਰ ਜਾਂਦਾ ਸਾਡੇ ਉੱਤੇ। ਹੁਣ ਇਹ ਚੀਜ਼ ਸ਼ਾਇਦ ਆਨਲਾਈਨ ਸਰ ਮੈਨੂੰ ਲੱਗਦਾ ਕਿ ਆਨਲਾਈਨ ਪਰਸਨ ਜੇ ਮੈਂ ਵੀ ਹੋਵਾਂ ਸ਼ਾਇਦ ਮੈਂ ਇਹ ਚੀਜ਼ਾਂ ਫੀਲ ਨਹੀਂ ਕਰ ਪਾਵਾਂਗਾ ਜੀ, ਕਿਉਂਕਿ ਜਿਹੜੀਆਂ ਚੀਜ਼ਾਂ ਮੈਂ ਵਿਜ਼ਿਟ ਕਰਕੇ ਜਿਹੜੀਆਂ ਮੈਂ ਸੁਣੀਆਂ ਸੀ ਪਰ ਹੁਣ ਜਿਹੜੀਆਂ ਦੇਖੀਆਂ, ਦੇਖਣ ਤੇ ਸੁਣਨ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਸੀ। ਜੀ ਜੀ, ਆਨਲਾਈਨ ਇਸੇ ਕਰਕੇ ਅਸੀਂ ਕਿਹਾ ਕਿ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਕੋਈ ਦਿੱਕਤ ਨਹੀਂ, ਬਟ ਜਿੱਦਣ ਵੀ ਆਓ ਫਿਜ਼ੀਕਲੀ ਆਓ, ਠੀਕ ਹੈ, ਬੈਟਰ ਤੁਹਾਨੂੰ ਐਕਸਪੀਰੀਅੰਸ ਹੋਏਗਾ ਔਰ ਫਿਰ ਤੁਹਾਡੇ ਅੰਦਰ ਬਦਲਾਅ ਵੀ ਆਏਗਾ। ਠੀਕ ਹੈ, ਤਾਂ ਅਸੀਂ ਬਦਲਾਅ ਲਿਆਉਣਾ ਚਾਹੁੰਦੇ ਹਾਂ, ਇਸ ਕਰਕੇ ਹਰ ਚੀਜ਼ ਦਿਲੋਂ ਕਰ ਰਹੇ ਹਾਂ। ਇਸੇ ਤਰ੍ਹਾਂ ਆਸ਼ੀਰਵਾਦ ਸੰਗਤ ਦਾ ਬਣਿਆ ਰਹੇ ਤਾਂ ਇਸ ਸਰਬੱਤ ਦੇ ਭਲੇ ਦੇ ਮਿਸ਼ਨ ਨੂੰ ਅਸੀਂ ਹਰ ਘਰ ਨੂੰ ਸਮਝਾਉਣ 'ਚ ਕਾਮਯਾਬ ਹੋਈਏ। ਔਰ ਜਿੱਥੋਂ ਦੇ ਵੀ ਨਗਰ ਦੇ ਤੁਸੀਂ ਹੋ, ਜਿਹੜੇ ਵੀ ਏਰੀਏ 'ਚ ਤੁਸੀਂ ਰਹਿੰਦੇ ਹੋ, ਇਸ ਮਿਸ਼ਨ ਦਾ ਹਿੱਸਾ ਬਣੋ, ਇਹਨੂੰ ਸਮਝੋ ਔਰ ਇਸ ਗਿਆਨ ਨੂੰ ਹਾਸਲ ਕਰਕੇ ਆਪਣੇ ਆਪਣੇ ਨਗਰ ਦੀ ਸੇਵਾ 'ਚ ਉਤਰ ਜਾਓ, ਨਹੀਂ ਤਾਂ ਲੁੱਟਣ ਵਾਲੇ ਕਮੀ ਨਹੀਂ ਛੱਡਦੇ। ਇਹ ਸਰ ਮੈਨੂੰ ਦੱਸੋ ਕਿ ਜੇ ਮੰਨ ਲਓ ਕਿਸੇ ਨੇ ਫਿਜ਼ੀਕਲੀ ਆਉਣਾ ਵੀ ਆ ਤਾਂ ਉਹਦੇ ਲਈ ਉਹਨੂੰ ਆਨਲਾਈਨ ਕੋਈ ਵੈਬਸਾਈਟ ਤੇ ਜਾ ਕੇ ਕੁਝ ਅਪਾਇੰਟਮੈਂਟ ਲੈਣੀ ਪੈਂਦੀ ਹੈ ਜਾਂ ਫੋਨ ਕਰਕੇ ਅਪਾਇੰਟਮੈਂਟ ਲੈਣੀ ਪੈਂਦੀ ਹੈ ਜੀ? ਥੋੜਾ ਜਿਹਾ ਦਰਸ਼ਕਾਂ ਨੂੰ ਜਿਹੜੇ ਆਉਣ ਦੇ ਚਾਹਵਾਨ ਆ ਉਹਨਾਂ ਨੂੰ ਥੋੜੀ ਜਿਹੀ ਜਾਣਕਾਰੀ ਦਿਓ ਜੀ। ਆਲਰੇਡੀ ਨੰਬਰ ਨੀਚੇ ਚੱਲ ਹੀ ਰਿਹਾ ਸਾਡੇ ਹੈਲਪਲਾਈਨ ਨੰਬਰ, ਉਹਨਾਂ ਨੰਬਰਾਂ ਦੇ ਉੱਤੇ ਚਾਹੇ ਤੁਸੀਂ ਸਾਡੀ ਕਿਸੇ OPD ਦੀ ਅਪਾਇੰਟਮੈਂਟ ਲੈਣੀ ਹੈ, ਚਾਹੇ ਤੁਸੀਂ ਸਾਇੰਸ ਕਲਾਸ ਬਾਰੇ ਜਾਣਕਾਰੀ ਲੈਣੀ, ਚਾਹੇ ਤੁਸੀਂ ਕੋਰਸਸ ਬਾਰੇ, ਤੁਹਾਨੂੰ ਸਾਰੇ ਉੱਥੋਂ ਕੰਟੈਕਟ ਮਿਲਦੇ ਨੇ ਔਰ ਤੁਹਾਨੂੰ ਪੂਰੀ ਸਰਵਿਸਿਜ਼ ਮਿਲਦੀ ਹੈ। ਤੁਸੀਂ ਉਹਨਾਂ ਨੰਬਰਾਂ 'ਤੇ ਕਾਲ ਕਰਕੇ ਸਾਰੀ ਬੇਸਿਕ ਜਾਣਕਾਰੀ ਲੈ ਸਕਦੇ ਹੋ। ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿਆਂ, ਇੱਥੇ ਕੋਈ ਵੀ ਚੀਜ਼ ਕੰਡੀਸ਼ਨ 'ਚ ਅਸੀਂ ਡਿਜ਼ਾਈਨ ਨਹੀਂ ਕੀਤੀ ਜੀ, ਠੀਕ ਹੈ, ਸਾਰੀ ਚੀਜ਼ ਨੂੰ ਬੜਾ ਕੰਫਰਟੇਬਲੀ ਡਿਜ਼ਾਈਨ ਕੀਤਾ। ਜਦੋਂ ਤੁਸੀਂ ਹਿੱਸਾ ਬਣੋਗੇ ਬਹੁਤ ਆਨੰਦ ਆਏਗਾ, ਬੜੀ ਊਰਜਾ ਤੁਹਾਡੇ ਅੰਦਰ ਵਧੇਗੀ, ਬਹੁਤ ਪੋਜ਼ਿਟਿਵ ਵਾਈਬਸ, ਔਰ ਤੁਹਾਨੂੰ ਲੱਗੇਗਾ ਕਿ ਵਾਕਈ ਅਸੀਂ ਇੱਕ ਊਰਜਾਵਾਨ ਸਮਾਜ ਦਾ ਹਿੱਸਾ ਬਣ ਗਏ ਹਾਂ। ਅਗਰ ਇਹ ਗੱਲਾਂ ਤੁਹਾਨੂੰ ਨਾ ਦਿਖਣ ਸਾਡੀ ਸਾਇੰਸ ਕਲਾਸ 'ਚ ਆਉਣ ਤੋਂ ਬਾਅਦ, ਮੈਂ ਔਨ ਕੈਮਰਾ ਕਹਿ ਰਿਹਾ, ਜਿੰਨੇ ਪੈਸੇ ਲੱਗੇ ਹੋਣਗੇ ਵਾਪਸ ਕਰਾਂਗੇ, ਅਤੇ ਜੇ ਤੁਹਾਡੇ ਰੂਹ 'ਤੇ ਅਸਰ ਕਰ ਗਏ ਤਾਂ ਉਸ ਤੋਂ ਬਾਅਦ ਸਾਨੂੰ ਤੁਹਾਨੂੰ ਦੱਸਣਾ ਨਹੀਂ ਪਏਗਾ ਕਿ ਤੁਸੀਂ ਇਹ ਸੇਵਾ ਨੂੰ ਅੱਗੇ ਕਿਵੇਂ ਵਧਾਉਣਾ ਹੈ, ਕਿਵੇਂ ਸਮਝਾਉਣਾ ਹੈ। ਤੁਹਾਡਾ ਅੰਦਰਲੀ ਊਰਜਾ ਹੀ ਇੰਨੀ ਵੱਧ ਜਾਣੀ ਹੈ ਕਿ ਹੋ ਸਕਦਾ ਕਿ ਤੁਸੀਂ ਇੱਕ ਪੇਸ਼ੈਂਟ ਦੇ ਰੂਪ 'ਚ ਬੈਠੇ ਹੋਵੋ, ਪਰ ਸਾਇੰਸ ਕਲਾਸ ਅਟੈਂਡ ਕਰਨ ਤੋਂ ਬਾਅਦ ਤੁਹਾਡੀ ਅੰਦਰਲੀ ਬੁਝੀ ਊਰਜਾ ਇੰਨੀ ਕੁ ਜਾਗਰੂਕ ਹੋ ਜਾਣੀ ਹੈ ਕਿ ਤੁਹਾਨੂੰ ਲੱਗੇਗਾ ਕਿ ਜਿਵੇਂ ਪਰਮੇਸ਼ਰ ਨੇ ਇੱਕ ਬਹੁਤ ਵੱਡੇ ਚਾਨਣ ਵਾਲੇ ਕਮਰੇ 'ਚ ਤੁਹਾਡੀ ਐਂਟਰੀ ਕਰਵਾ ਦਿੱਤੀ ਹੈ ਔਰ ਜਿਹਦੇ ਵਿੱਚ ਊਰਜਾ ਹੀ ਊਰਜਾ, ਜਿਹਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਨੇ। ਸੋ ਇਨਸਾਨ ਚਾਹੇ ਤਾਂ ਹਰ ਚੀਜ਼ ਕਰ ਸਕਦਾ ਹੈ, ਕਿਉਂਕਿ ਇਨਸਾਨ ਨੂੰ ਪਰਮੇਸ਼ਰ ਨੇ ਆਪਦੀਆਂ ਸ਼ਕਤੀਆਂ, ਆਪਦੀਆਂ ਊਰਜਾ ਦੇ ਕੇ ਹੀ ਨਵਾਜਿਆ। ਸਿਰਫ ਜ਼ਰੂਰਤ ਹੁੰਦੀ ਹੈ ਉਹਨੂੰ ਬਾਹਰ ਲਿਆਉਣ ਦੀ। ਸੋ ਉਹੀ ਪ੍ਰੈਕਟਿਸ ਅਸੀਂ ਕਰਵਾ ਰਹੇ ਹਾਂ। ਊਰਜਾ ਤੁਹਾਡੇ ਅੰਦਰ ਹੈ, ਸਿਰਫ ਬਾਹਰ ਲਿਆਉਣ ਦੀ ਅਸੀਂ ਪ੍ਰੈਕਟਿਸ ਕਰਵਾਉਣੀ ਹੈ। ਕੰਮ ਤੁਹਾਡੀ ਊਰਜਾ ਨੇ ਆਪਣੇ ਆਪ ਕਰ ਲੈਣਾ। ਸੋ ਡਾਕਟਰ ਸਾਹਿਬ, ਤੁਸੀਂ ਜਿਹੜਾ ਨੈਸ਼ਨਲ ਸੈਮੀਨਾਰ ਜਿਹੜਾ ਤੁਸੀਂ ਕਰਾਇਆ ਉਹਦੇ ਬਾਰੇ ਕਾਫੀ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਕੁਝ ਕੁ ਅਸੀਂ ਚੀਜ਼ਾਂ ਕੈਪਚਰ ਵੀ ਕੀਤੀਆਂ, ਅਸੀਂ ਆਪਣੇ ਚੈਨਲ 'ਤੇ ਪਾਵਾਂਗੇ, ਦਰਸ਼ਕ ਉਹ ਵੀ ਦੇਖਣਗੇ ਤਾਂ ਆਬਜ਼ਰਵ ਕਰਨਗੇ ਕਿ ਕਿੱਦਾਂ ਦੀ ਪ੍ਰੋਸੈਸ ਜਿਹੜੀ ਆ ਉਹ ਇੱਥੇ ਹੁੰਦੀ ਆ ਅਤੇ ਕਿਵੇਂ ਉਹ ਡਿਫਰੈਂਟ ਕਾਈਂਡ ਜਿਹੜੀ ਨੌਲੇਜ ਆ ਉਹ ਇੱਥੇ ਜਿਹੜੀ ਮੈਨੂੰ ਲੱਗਦਾ ਕਿ ਵਰਖਾ ਹੀ ਹੋ ਰਹੀ ਹੁੰਦੀ ਆ ਅਤੇ ਉਹ ਹਰੇਕ ਤਰੀਕੇ ਦੇ ਨਾਲ ਸਿਹਤ ਨਾਲ ਰਿਲੇਟਡ ਬਹੁਤ ਸਾਰੀਆਂ ਜ਼ਰੂਰੀ ਜਾਣਕਾਰੀਆਂ ਲੈ ਸਕਦੇ ਨੇ। ਸੈਮੀਨਾਰ ਅਟੈਂਡ ਕਰ ਸਕਦੇ ਨੇ, ਅਟੈਂਡ ਕਰਕੇ ਸੈਮੀਨਾਰ ਆਪਣੇ ਪਰਿਵਾਰ ਦੇ ਹੈਲਥ ਨੂੰ ਲੈ ਕੇ ਅਤੇ ਆਪਣੇ ਪਰਿਵਾਰ ਦੀ ਜਿਹੜੀ ਫਾਈਨੈਂਸ਼ੀਅਲੀ ਸਟੇਟਸ ਆ ਉਹਨੂੰ ਗਰੋ ਕਰ ਸਕਦੇ ਨੇ। ਨਾਲੇ ਮੈਂ ਇੱਕ ਹੋਰ ਜਾਣਕਾਰੀ ਦੇਣਾ ਚਾਹੁੰਦਾ ਕਿ ਡਾਕਟਰ ਸਾਹਿਬ ਦਾ ਅੱਜ ਬਰਥਡੇ ਵੀ ਸੀ
ਤੇ ਸੈਮੀਨਾਰ ਤੋਂ ਬਾਅਦ ਡਾਕਟਰ ਸਾਹਿਬ ਹੋਣਾ ਨੇ ਅੱਜ ਕੇਕ ਵੀ ਕੱਟਿਆ। ਹਾਲਾਂਕਿ ਬਹੁਤ ਸਾਰੇ ਜਿਹੜੇ ਪਿਆਰ ਕਰਨ ਵਾਲੇ ਉਹ ਕੇਕ ਲੈ ਕੇ ਆਏ ਤੇ ਗਿਫਟ ਵੀ ਲੈ ਕੇ ਆਏ, ਲੇਕਿਨ ਡਾਕਟਰ ਸਾਹਿਬ ਨੇ ਇੱਕ ਬਹੁਤ ਵਧੀਆ ਤਰੀਕੇ ਨਾਲ ਇੱਕ ਸੋਹਣਾ ਮੈਸੇਜ ਦਿੱਤਾ ਕਿ ਸਾਡੀ ਲਾਈਫ ਦੇ ਵਿੱਚੋਂ ਇੱਕ ਦਿਨ ਜਿਹੜਾ ਜਾਂ ਇੱਕ ਸਾਲ ਘਟ ਗਿਆ ਤਾਂ ਸਾਡੇ ਕੋਲ ਸਮਾਂ ਜਿਹੜਾ ਬਹੁਤ ਥੋੜਾ ਰਹਿ ਗਿਆ। ਸੋ ਜੇ ਹਰੇਕ ਜਿਵੇਂ ਡਾਕਟਰ ਸਾਹਿਬ ਦੀ ਲਾਈਫ 'ਚੋਂ ਇੱਕ ਦਿਨ ਘਟਿਆ ਜਾਂ ਇੱਕ ਸਾਲ ਘਟਿਆ, ਇਵੇਂ ਸਾਡੇ ਸਾਰੇ ਅਸੀਂ ਜਿੰਨੇ ਵੀ ਜੁੜੇ ਹੋਏ ਆ ਸਾਡੀ ਜ਼ਿੰਦਗੀ ਦੇ ਵਿੱਚੋਂ ਵੀ ਇਦਾਂ ਹੀ ਦਿਨ ਰੋਜ਼ ਦੇ ਅਸੀਂ ਸੌਂ ਕੇ ਘਟਾ ਰਹੇ ਆ, ਤਾਸ਼ਾਂ ਖੇਡ ਕੇ ਘਟਾ ਰਹੇ ਆ, ਕਿਸੇ ਨਾਲ ਲੜ ਕੇ ਝਗੜ ਕੇ ਜੈਲਸ ਕਰਕੇ ਘਟਾ ਰਹੇ ਆ। ਸੋ ਆਓ ਆਪਾਂ ਸਾਰੇ ਰਲ ਮਿਲ ਕੇ ਜਿਹੜੇ ਬਾਕੀ ਬਚੇ ਦਿਨ ਨੇ ਉਹਨਾਂ ਨੂੰ ਕਿਸੇ ਸੁਚੱਜੇ ਰੂਪ ਦੇ ਵਿੱਚ ਕਿਸੇ ਦੇ ਭਲੇ ਲਈ ਵਰਤੀਏ, ਆਪਣੇ ਪਰਿਵਾਰ ਦੇ ਭਲੇ ਲਈ ਵਰਤੀਏ। ਸੋ ਸਾਰੇ ਰਲ ਮਿਲ ਕੇ ਚੈਨਲ ਦੇ ਨਾਲ ਜੁੜੇ ਰਹੋ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਨੂੰ ਦਿੱਤਾ ਜੀ। ਅੱਜ ਮੈਨੂੰ ਲੱਗਦਾ ਕਿ ਆਪ ਜੀ ਦਾ ਗਲਾ ਵੀ ਖਰਾਬ ਆ ਥੋੜਾ ਜਿਹਾ, ਤੇ ਜਿੰਦੇ ਕਰਕੇ ਜ਼ੁਕਾਮ ਵੀ ਲੱਗਾ ਹੋਇਆ ਨਾ, ਕਾਫੀ ਬੋਲਣਾ ਵੀ ਪੈਂਦਾ। ਬਹੁਤ ਸਾਰੇ ਜਿਹੜੇ ਦੂਰ ਨੇੜਿਓਂ ਜਿੰਨੀ ਵੀ ਸੰਗਤ ਆਉਂਦੀ ਉਹਨਾਂ ਨੂੰ ਅਟੈਂਡ ਕਰਨਾ ਪੈਂਦਾ, ਸਵਾਲ ਜਵਾਬ ਕਰਨੇ ਪੈਂਦੇ ਆ। ਸੋ ਮੈਂ ਆਪ ਦਾ ਇੱਕ ਵਾਰ ਫਿਰ ਸਾਡੀ ਸਮੂਹ ਕੇਅਰ ਏਸ਼ੀਆ ਟੀਮ ਵੱਲੋਂ ਆਪ ਦਾ ਧੰਨਵਾਦ ਕਰਦਾ ਜੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ।